ਓਕੇ ਜੀ, ਬਸ ਠੀਕ ਹੈ, ਧੰਨਵਾਦ ਜੀ। ਠੀਕ। ਅੱਜ ਚੁੱਕ ਚੁੱਕ ਭਗਤੇ ਪਾਰ ਬੈਠ ਰੱਖਦਾ ਆਰਾਮ ਬਨਿਆਣਾ ਮੁਸ਼ਕਿਲ ਆਰਿਆ ਬੇਜਾਨ ਦਇਆ ਅੰਕਾਰੀਆਂ ਨਿਕਾ ਨਾਮ ਦੇ ਮੁਕਤਾਇਆ ਜਨ ਨਾਨਕ ਕੇ ਸਹਾਰ ਸੇ ਅੰਤ ਗਏ ਚੜਾਇਆ ਜਨ ਨਾਨਕ ਕੇ ਸਹਾਰ ਸੇ ਸ਼ਲੋਕ ਮਹਲਾ ਪਹਿਲਾ ਆਪੇ ਪਾਂਡੇ ਸਾਧਨੇ ਆਪੇ ਪੂਰਨ ਦੇ ਤੁਤ ਮਾਏ ਪੁਰੇ ਰਹਿ ਇੱਕ ਨਿਵਾਦੀ ਕਸਮਨੀ ਕੋ ਪਾਲਨ ਪੜੇ ਨਾ ਸਵਾਰੇ ਨਾਨਕਾ ਜਿनको ਨਦਰ ਕਰੇ ਮੰਗਲ ਦੂਜਾ ਆਪ ਸਚ ਕਰਿਆ ਤੇ ਪੁੱਛੇ ਆਪ ਜਿਸ ਜਨ ਸਿਪਾਈ ਕੈ ਜਿਸ ਆਪ ਕਿਤਾ ਕਿਸ ਨੂੰ ਕਹੀਏ ਨਾਮ ਆ ਅਵਿਦਿਆ ਪਿਆ ਬੜੀ ਬੜੀ ਕਿਆ ਪਿਆ ਕਿਸ ਕਹਿਣਾ ਕਹਿਣ ਜਾਏ ਸੁਰਤਾ ਕਰ ਇਹ ਜੀਆ ਜਿਸ ਪਾਏ ਸਾਈ ਕਰ ਦੁਰ ਛੋਟੀ ਜਿਨ ਪਾਏ ਨਾਨਕ ਕੀ ਬਾਤ ਮਾਰ ਜੀ ਨਾਹੀ ਜਾਏ ਸੋਤ ਸੇ ਗਾਇ ਦਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਬੜੀ ਕਿਵੇਂ ਨਾ ਕਿਸਣ ਕਹਿਣ ਜਾਏ ਸੋ ਕਰਤ ਕਤ ਕਰੀਮ ਦੇ ਸੁਸਾਰ ਸਾਈ ਕਰਮਾ ਕੀ ਛੋੜੀ ਤੇ ਪਾਏ ਨਰਕ ਦੀ ਬਾਰੀ ਦੀ ਨਾ ਜਾਏ ਸੋ ਕਰੇ ਤੇ ਸਮਝਾਏ ਸੋ ਕਰੇ ਤੇ ਸਿਰ ਜਾਏ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸੇ ਸਾਹ ਪਾਤਸ਼ਾਹ ਨਿਤ ਚਾਰ ਪਾਉਣੀ ਬੜੀ ਵੱਡ ਬਾਤ ਪ੍ਰਭ ਜੀ ਦੇ ਜਪ ਕਰਤਾ ਨਿਆਤ ਤੇ ਸਭ ਜਾਣਦਾ ਸਭ ਤੇਰੇ ਵਸਤੇ ਤੇਰੇ ਕਰਮ ਦੇ ਤੁਮ ਕਰ ਆਨੰਦ ਦੇ ਅਪਰਾਧ ਸਰਬ ਦਾ ਭਰਪੂਰ ਦੀ ਸਹਿਜਤਾ ਨਾਨਕ ਦਾਸ ਤੇਰਾ ਕਹਿ ਨਿਵੰਦਾ ਤੇਰਾ ਹੀ ਤੇ ਨਾਮ ਸਤਿ ਪੌੜੀ ਵੱਡੀ ਵੱਡਾ ਪਾਰ ਤੇਰਾ ਮੰਤ ਬਾਰੰਗ ਪ੍ਰੰਗ ਨਿਕਨਾ ਜਪਨ ਕਰਤੁ ਜੀ ਅੰਦਰ ਜੀ ਸੁਖ ਜਾਣ ਲਾ ਸੁਖ ਤੇਰਾ ਵਸ ਤੇਰਾ ਕਰ ਬਲਮ ਤੇਰੇ ਕਾਰਨ ਵਧਾਈ ਤੁਧ ਕਰ ਮਨ ਮੰਤਾ ਤੇ ਜਪਣਾ ਆਪ ਸਰਬ ਕਲਾ ਭਰਪੂਰ ਦਿਸ ਜਗਤਾ ਨਾਨਕ ਦਾਸ ਦਾਸ ਤੇ ਅਗੇ ਦਿਨ ਵਤਾ ਸਲੋਕ ਪਵਨ ਗੁਰੂ ਪਾਣੀ ਪਿਤਾ ਮੰਤਰ ਤਤ ਮਹਤ ਜਿਸ ਰਾਤ ਗਈ ਗਿਆ ਕਿਲੇ ਸਗਲ ਜਗ ਚੰਗੀਆਂ ਦੁਨੀਆਂ ਬਚੇ ਕਰਮ ਤੂ ਕਰਨੀਆਂ ਕੋ ਆਪਣੀ ਕੇ ਦਿਲੇ ਕੇ ਦੂਜੀ ਨਾਮ ਦਿਆ ਗਏ ਸੰਕਟ ਕਾ ਨਾਨਕ ਤੇ ਮੁਕਿ ਉਜਤੇ ਕੀਤੀ ਛੁੱਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ ਸੁਕੋ ਟਲ ਗੁਰ ਸੇਵੀਐ ਐਨ
सुसहज सुभाए दर्शन परसुए गुरु का जन्म मरण दुख जाए दर्शन परसुए गुरु का जन्म मरण दुख जाए सज्जन सच्चा पातशाह सिर शाहां दे शाह जिस पास बैठिया सोही है सबना दा वेसाहा जिस पास बैठिया सोही है सबना दा वेसाहा एक ओंकार सत गुर प्रसाद राग सूही शंत महला चौथा घर तीजा आवो संत जनों गुण गावे गोविंद केरे राम गुरमुख मिल रही है कर वाजै शब्द कनेरे राम शब्द कनेरे हर प्रभु तेरे तू करता सब थाई ऐनस जपी सदा सलाही साच शब्द लिव लाई अन दिन सहज रहै रंग राता राम नाम रिद पूजा नानक गुरमुख एक पुछाणै अवर न जाणै दूजा सब मह रव रहया सो प्रभ अंतर जामी राम गुर शब्द रवै रव रहया सो प्रभ मेरा स्वामी राम प्रभु मेरा स्वामी अंतर जामी कट कट रवया सोई गुरमत सच पाईऐ सहज समाईऐ तिस बिन अवर ना कोई सहजे गुण गावा जे प्रभु भावा आपे लय मिलाए नानक सो प्रभु शब्दे जापै ऐनस नाम ते आए ए जगो दुत्तर मन मुख पार न पाई राम अंतरे हਉ में ममता काम क्रोध चतुराई राम अंतर चतुराई थाए न पाई बिरथा जन्म गवाया जम मग दुख पावै चोटां खावै अंत गया पछुताया
ਬਿਨ ਨਾਮ ਕੋ ਬੇਲੀ ਨਾਹੀ। ਪੁੱਤ ਕੁਟੰਬ ਸੁਤ ਭਾਈ, ਨਾਨਕ ਮਾਇਆ ਮੋਹ ਪੁਸਾਰਾ। ਆਗੈ ਸਾਥ ਨਾ ਜਾਈ, ਹਾਂ ਪੂਛੂੰ ਆਪਣਾ ਸਤਿਗੁਰ ਦਾਤਾ। ਕਿਨ ਬਿਦ ਦੁਤਰ ਤਰੀਐ ਰਾਮ, ਸਤਿਗੁਰ ਭਾਏ ਚਲੋ ਜੀਵਤਿਆਂ। ਇਵ ਮਰੀਐ ਰਾਮ, ਜੀਵਤਿਆਂ ਮਰੀਐ ਭਉ ਜਲ ਤਰੀਐ। ਗੁਰਮੁਖ ਨਾਮ ਸੁਮਾਵੈ, ਪੂਰਾ ਪੁਰਖ ਪਾਇਆ ਵਡ ਭਾਗੀ। ਸਚ ਨਾਮ ਲਿਵ ਲਾਵੈ, ਮਤ ਪ੍ਰਗਾਸ ਭਈ ਮਨ ਮਾਨਿਆ। ਰਾਮ ਨਾਮ ਵਡਿਆਈ, ਨਾਨਕ ਪ੍ਰਭ ਪਾਇਆ। ਸ਼ਬਦ ਮਿਲਾਇਆ, ਜੋਤੀ ਜੋਤ ਮਿਲਾਈ। ਮਤ ਪ੍ਰਗਾਸ ਭਈ ਮਨ ਮਾਨਿਆ। ਰਾਮ ਨਾਮ ਵਡਿਆਈ, ਨਾਨਕ ਪ੍ਰਭ ਪਾਇਆ। ਸ਼ਬਦ ਮਿਲਾਇਆ, ਜੋਤੀ ਜੋਤ ਮਿਲਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਖਸ਼ਿਸ਼ ਭਰੀ ਗੋਦ ਵਿੱਚ ਬੈਠ ਗੁਰੂ ਪਿਤਾ ਜੀ ਦੇ ਬਖਸ਼ਿਸ਼ ਕੀਤੇ ਪਾਵਨ ਮੁਖ ਵਾਕ ਦੀ ਵਿਚਾਰ ਨਾਲ ਆਓ ਕੁਝ ਪਲ ਸਤਿਗੁਰ ਜੀ ਦੀ ਰਹਿਮਤ ਸਦਕਾ ਆਪਣੀ ਆਪਣੀ ਸੁਰਤ ਦੀ ਸਾਂਝ ਪਾਉਣ ਦਾ ਯਤਨ ਕਰੀਏ ਤੇ ਸਾਰੀ ਸੰਗਤ ਇੱਕ ਵਾਰ ਰਸਨਾ ਪਵਿੱਤਰ ਕਰੋ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਸਤਿਗੁਰੂ ਜੀ ਸੰਸਾਰ ਦੇ ਮਨੁੱਖ ਨੂੰ ਜ਼ਿੰਦਗੀ ਦਾ ਮਕਸਦ ਅੰਮ੍ਰਿਤ ਬਾਣੀ ਵਿੱਚ ਅਨੰਤ ਵਾਰ ਸਮਝਾਉਣ ਦਾ ਪਰਉਪਕਾਰ ਕਰਦੇ ਨੇ। ਮਨੁੱਖ ਜਗਤ ਵਿੱਚ ਆਉਣਾ ਦੋ ਕਰਮਾਂ ਲਈ ਹੈ, ਇੱਕ ਕਿਰਤ ਹੈ, ਇੱਕ ਕੀਰਤੀ ਹੈ। ਤੇਰੀ ਜ਼ਿੰਦਗੀ ਕਿਰਤ ਨਾਲ ਵੀ ਜੁੜੇ, ਤੇਰੀ ਜ਼ਿੰਦਗੀ ਕੀਰਤੀ ਨਾਲ ਵੀ ਜੁੜੇ। ਸੰਸਾਰ ਵਿੱਚ ਆਮ ਕਰਕੇ ਅਸੀਂ ਦੇਖਦੇ ਹਾਂ ਕਿਰਤ ਦੀ ਗੱਲ ਅਸੀਂ ਆਪਣੇ ਬੱਚਿਆਂ ਵਿੱਚ, ਆਪਣੀ ਅਗਲੀਆਂ ਪੀੜ੍ਹੀਆਂ ਵਿੱਚ ਪਾਉਣ ਦੇ ਲਈ ਸਾਰੇ ਦੇ ਸਾਰੇ ਜਾਗਰੂਕ ਹਾਂ। ਜਿੱਥੋਂ ਤੱਕ ਜੀਵਨ ਸਾਈਂ ਦੀ ਕੀਰਤੀ ਦਾ ਪੱਖ ਹੈ, ਇਸ ਗੱਲ 'ਤੇ ਸੰਸਾਰ ਵਧੇਰੇ ਕਰਕੇ ਖਾਮੋਸ਼ ਹੈ। ਰੱਬ ਜੀ ਦੀ ਕੀਰਤੀ, ਰੱਬ ਜੀ ਦੀ ਵਡਿਆਈ, ਰੱਬ ਦੇ ਗੁਣਾਂ ਦੇ ਗਾਇਨ ਕਰਨ ਦੀ ਗੱਲ ਅਸੀਂ ਨਾ ਸਮਝ ਪਾ ਰਹੇ ਹਾਂ, ਨਾ ਅਸੀਂ ਆਪਣੀ ਅਗਲੀ ਪੀੜ੍ਹੀ ਨੂੰ ਸਮਝਾ ਪਾ ਰਹੇ। ਪਰ ਸਾਡੇ ਸਤਿਗੁਰੂ ਜੀ ਨੇ ਸਾਨੂੰ ਜ਼ਿੰਦਗੀ ਦਾ ਜਦੋਂ ਮਕਸਦ ਬਖਸ਼ਿਆ ਤੇ ਦੋਵਾਂ ਪੱਖਾਂ 'ਤੇ ਗੁਰੂ ਪਿਤਾ ਜੀ ਨੇ ਬਹੁਤ ਬਲ ਦਿੱਤਾ, ਜ਼ੋਰ ਦਿੱਤਾ। ਉਹਨਾਂ ਨੇ ਇਹਨਾਂ ਦੋਵਾਂ ਪੱਖਾਂ ਨੂੰ ਸਾਡੇ ਵਿੱਚ ਉਤਾਰਨ ਦਾ ਸਾਡੇ 'ਤੇ ਬਖਸ਼ਿਸ਼ ਭਰਿਆ ਹੱਥ ਰੱਖਿਆ।
ਦੋਨੋਂ ਪੱਖ ਸਾਡੇ ਲਈ ਬੜੇ ਮਹੱਤਵਪੂਰਨ ਨੇ। ਗੁਰੂ ਨਾਨਕ ਪਾਤਸ਼ਾਹ ਦੇ ਬਖਸ਼ਿਸ਼ ਕੀਤੇ ਹੋਏ ਸੰਦੇਸ਼ ਨੂੰ ਜਦੋਂ ਅਸੀਂ ਵੇਖਦੇ ਹਾਂ, ਉੱਥੇ 3 ਬਚਨ ਸਾਨੂੰ ਮਿਲਦੇ ਨੇ। ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਕਿਰਤ ਕਰਨੀ ਇਹ ਸਾਡੀ ਜ਼ਿੰਦਗੀ ਦਾ ਉਹ ਪਰਿਵਾਰਕ ਧਰਮ ਹੈ, ਸਮਾਜਿਕ ਧਰਮ ਹੈ। ਨਾਮ ਜਪਣਾ ਇਹ ਜ਼ਿੰਦਗੀ ਦਾ ਸਾਡਾ ਮੂਲ ਮੰਤਵ ਹੈ, ਮੂਲ ਮਕਸਦ ਹੈ। ਵੰਡ ਛਕਣਾ ਇਹ ਪਰਉਪਕਾਰ ਦੀ ਬਿਰਤੀ ਦਾ ਉਲੇਖ ਹੈ ਕਿ ਅਸੀਂ ਕਿਰਤ ਵਿੱਚੋਂ ਵੀ ਵੰਡ ਕੇ ਛਕਣਾ ਅਤੇ ਪਰਮੇਸ਼ਰੀ ਨਾਮ ਜੋ ਹੈ ਉਹ ਵੀ ਅੱਗੇ ਅਸੀਂ ਤਕਸੀਮ ਕਰਨਾ ਹੈ। ਅੱਗੇ ਅਸੀਂ ਸਮਾਜ ਪਰਿਵਾਰ ਵਿੱਚ ਅਸੀਂ ਜਪਣ ਦੀ ਪ੍ਰੇਰਨਾ ਦੇਣੀ ਹੈ। ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦਾ ਇਹ ਅੰਮ੍ਰਿਤ ਬਚਨ ਹੈ, ਉਹਨਾਂ ਨੇ ਸਾਨੂੰ ਜ਼ਿੰਦਗੀ ਦੀ ਮਹਾਨ ਬਖਸ਼ਿਸ਼ ਕਰਦਿਆਂ, ਸਿੱਖੀ ਦੀ ਪਰਿਭਾਸ਼ਾ ਸਮਝਾਉਂਦਿਆਂ ਸਾਡੇ 'ਤੇ ਬਹੁਤ ਨਿਆਇਤ ਕੀਤੀ। ਅਤੇ ਸਾਨੂੰ ਜਦੋਂ ਸਿੱਖ ਦੀ ਪਰਿਭਾਸ਼ਾ ਦਿੱਤੀ ਤਾਂ ਉਹਦੇ ਅਖੀਰ 'ਤੇ ਜਾ ਕੇ ਗੁਰੂ ਪਿਤਾ ਨੇ ਬਚਨ ਬਖਸ਼ਿਆ ਕਿ ਭਾਗਾਂ ਵਾਲਿਓ, ਮੈਨੂੰ ਉਹ ਗੁਰੂ ਰਸਤੇ 'ਤੇ ਤੁਰਨ ਵਾਲਾ ਵਿਅਕਤੀ ਬੜਾ ਚੰਗਾ ਲੱਗਦਾ ਹੈ ਅਤੇ ਮੈਂ ਉਸ ਤੋਂ ਵਾਰਨੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ, ਉਹਦੇ ਤੋਂ ਮੈਂ ਸਦਕੇ ਜਾਂਦਾ ਹਾਂ, ਜਿਹੜਾ 2 ਕਰਮ ਜ਼ਿੰਦਗੀ ਦੇ ਅੰਦਰ ਨਿਰੰਤਰ ਕਰਨ ਦੇ ਲਈ ਆਪਣੇ ਆਪ ਨੂੰ ਯੋਗ ਬਣਾ ਲੈਂਦਾ ਹੈ। ਉਹਦੀ ਧੂੜੀ ਮੈਨੂੰ ਲੋਚੀਦੀ ਹੈ, ਮੇਰੀ ਮੰਗ ਬਣ ਜਾਂਦੀ ਹੈ। ਇਹ ਗੁਰੂ ਪਿਤਾ ਦੇ ਅੰਮ੍ਰਿਤ ਬਚਨ ਨੇ। ਗੁਰੂ ਪਿਤਾ ਦੇ ਅੰਮ੍ਰਿਤ ਬੋਲ, ਜਾਂ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਾਂ ਨਾਮ ਜਪਾਵੈ। ਧੰਨ ਗੁਰੂ ਰਾਮਦਾਸ ਪਿਤਾ ਜੀ ਕਹਿੰਦੇ ਸਾਨੂੰ ਐਸੇ ਇਨਸਾਨ ਦੀ, ਜਿਹੜਾ ਗੁਰੂ ਗਿਆਨ ਦੇ ਰਾਹ 'ਤੇ ਤੁਰਨ ਦੇ ਲਈ ਗੁਰੂ ਨਦਰ ਦਾ ਪਾਤਰ ਬਣ ਗਏ, ਉਹਦੇ ਪਾਕ ਚਰਨਾਂ ਦੀ ਖਾਕ ਸਾਨੂੰ ਚਾਹੀਦੀ ਹੈ। ਭਾਵ ਉਹ ਸਾਡੇ ਲਈ ਪ੍ਰੇਰਨਾ ਸਰੋਤ ਹੈ, ਉਹ ਮਹੱਤਵਪੂਰਨ ਅਵਸਥਾ ਦਾ ਮਾਲਕ ਹੈ। ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ, ਜੋ ਆਪ ਜਪੈ, ਜਿਹੜਾ ਆਪ ਜਪਦਾ ਅਤੇ ਦੂਜਿਆਂ ਨੂੰ ਜਪਾਉਂਦਾ। ਹੁਣ ਜਦੋਂ ਕਦੇ ਇੱਥੇ ਖਲੋ ਕੇ ਦੇਖੀਦਾ ਅਤੇ ਜਪਣਾ ਤੇ ਆਪਣੇ ਆਪੇ 'ਚ ਬਿਖ ਮੁਕਾਜ ਹੈ। ਜ਼ੁਬਾਨ ਤੋਂ ਕਹਿ ਲੈਣਾ ਕੋਈ ਔਖਾ ਨਹੀਂ ਜਾਪਦਾ, ਪਰ ਪਰਮੇਸ਼ਰ ਦਾ ਨਾਮ ਮਨ ਕਰਕੇ ਜਪਣਾ, ਮਨ ਤੋਂ ਜਪਣਾ, ਹਿਰਦੇ ਨਾਮ ਧਿਆਵੋ ਵਾਲੀ ਅਵਸਥਾ ਵਿੱਚ ਜਾਣਾ ਬਿਖਮ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਦੇ ਪਾਵਨ ਬਚਨ, ਆਖਣ ਔਖਾ ਸਾਚਾ ਨਾਉ। ਇਹ ਔਖਾ ਹੈ, ਕਈ ਵਾਰ ਭੁਲੇਖਾ ਪੈਂਦਾ, ਨਹੀਂ ਔਖਾ ਨਹੀਂ ਹੈ, ਪਰ ਵਾਸਤਵ ਦੇ ਵਿੱਚ ਜਦੋਂ ਅੱਗੇ ਚੱਲ ਕੇ ਦੇਖੀਦਾ ਤੇ ਵਾਕਿਆ ਹੀ ਔਖਾ ਹੈ। ਇਹ ਜਿੰਨਾ ਸਹਿਜ ਜਾਪਦਾ ਹੈ ਉਨਾ ਹੀ ਔਖਾ ਹੈ। ਜਪਣਾ ਕਿਸ ਨੇ? ਮਨ ਨੇ। ਅਤੇ ਮਨ ਦਾ ਸ਼ਬਦ ਵਿੱਚ ਲੱਗਣਾ, ਮਨ ਦਾ ਨਾਮ ਵਿੱਚ ਜੁੜਨਾ, ਇਹ ਜਿਹੜਾ ਹੈ ਇਹ ਕੋਈ ਸੌਖੀ ਜਿਹੀ ਖੇਡ ਨਹੀਂ ਹੈ। ਜ਼ਿੰਦਗੀਆਂ ਲੰਘ ਜਾਂਦੀਆਂ ਨੇ, ਬੜਭਾਗੀ ਨੇ ਜਿਨ੍ਹਾਂ ਨੂੰ ਅਵਸਥਾ ਨਸੀਬ ਹੋ ਜਾਂਦੀ ਹੈ। ਸੋ ਸਾਡੇ ਸਤਿਗੁਰੂ ਜੀ ਸਾਡੇ 'ਤੇ ਨਜ਼ਰੇ ਨਿਆਇਤ ਕਰਦਿਆਂ, ਬਖਸ਼ਿਸ਼ ਕਰਦਿਆਂ ਇਹ ਰਹਿਮਤ ਕਰ ਰਹੇ ਨੇ ਕਿ ਆਵੋ ਸੰਤ ਜਨੋ ਗੁਣ ਗਾਵੈ ਗੋਬਿੰਦ ਕੇਰੇ ਰਾਮ। ਆਓ ਸਤ ਸੰਗੀ ਜਨੋ, ਆਓ ਮਿਲ ਬੈਠੀਏ ਅਤੇ ਮਿਲ ਬੈਠ ਕੇ ਆਪਾਂ ਯਤਨ ਕਰੀਏ, ਮਿਲ ਕੇ ਆਪਾਂ ਕੋਸ਼ਿਸ਼ ਕਰੀਏ ਕਿ ਅਸੀਂ ਜੀਵਨ ਸਾਈਂ ਦੇ ਗੁਣਾਂ ਦਾ ਗਾਇਨ ਕਰੀਏ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਵੀ ਆਵਾਜ਼ ਮਾਰੀ ਹੈ,
ਉਹਨਾਂ ਦੀ ਪਾਵਨ ਬਾਣੀ ਆਨੰਦ ਸਾਹਿਬ ਦੀ ਅੰਮ੍ਰਿਤ ਬਾਣੀ ਦੇ ਵਿੱਚੋਂ ਆਪਾਂ ਜਦੋਂ 9ਵੀਂ ਪੌੜੀ ਦਾ ਪਾਠ ਕਰਦੇ ਹਾਂ ਤਾਂ ਗੁਰੂ ਪਿਤਾ ਜੀ ਉੱਥੇ ਵੀ ਇਹੀ ਬਚਨ ਕਹਿੰਦੇ ਨੇ ਕਿ ਆਓ ਆਪਾਂ ਅਕਥ ਦੀ ਕਹਾਣੀ ਕਰੀ। ਆਵੋ ਸੰਤ ਪਿਆਰਿਓ ਅਕਥ ਕੀ ਕਰੇ ਕਹਾਣੀ। ਇਹ ਗੁਰੂ ਦਾ ਉਪਕਾਰ ਹੈ। ਅਸੀਂ ਸੰਸਾਰ ਵਿੱਚ ਮਸਤ ਹੋ ਜਾਂਦੇ ਹਾਂ, ਪਰਿਵਾਰ ਵਿੱਚ ਮਸਤ ਹੋ ਜਾਂਦੇ ਹਾਂ, ਘਰ ਗ੍ਰਸਤੀ ਵਿੱਚ ਸਾਡਾ ਸੁਰਤ ਇੰਨੀ ਖੁੱਭ ਜਾਂਦੀ ਹੈ ਕਿ ਸਾਡੇ ਕੋਲੋਂ ਰੱਬ ਜੀ ਦੀ ਕੀਰਤੀ ਕਰਨੀ, ਵਾਹਿਗੁਰੂ ਦੀ ਉਪਮਾ ਕਰਨੀ, ਵਡਿਆਈ ਕਰਨੀ ਸਾਡੇ ਧਿਆਨ ਵਿੱਚੋਂ ਨਿਕਲ ਜਾਂਦੇ, ਸਾਡੀ ਸੋਚ ਅਤੇ ਸੁਰਤ ਵਿੱਚੋਂ ਨਿਕਲ ਜਾਂਦੇ ਅਤੇ ਪਰਉਪਕਾਰੀ ਆਵਾਜ਼ ਗੁਰੂ ਜੀ ਆਵਾਜ਼ ਮਾਰ ਲੈਂਦੇ ਨੇ ਕਿ ਆਵੋ ਸੰਤ ਪਿਆਰਿਓ ਅਕਥ ਕੀ ਕਰੇ ਕਹਾਣੀ। ਕਰੇ ਕਹਾਣੀ ਅਕਥ ਕੇਰੀ, ਕਰੇ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਏ। ਆਓ ਆਪਾਂ ਰਲ ਕੇ ਬੈਠੀਏ ਤੇ ਕਹਾਣੀ ਕਰੀਏ ਅਕਥ ਦੀ। ਬੰਦਾ ਕਹਾਣੀ ਤੇ ਕਰਦਾ ਪਰ ਉਹਨਾਂ ਦੀ ਕਰਦਾ ਜਿਨ੍ਹਾਂ ਦੀ ਕਹਾਣੀ ਨਹੀਂ ਹੁੰਦੀ। ਲੋਕਾਂ ਦੀ ਗੱਲ ਕਰਦੇ, ਬੰਦੇ ਦੀ ਗੱਲ ਕਰਦੇ, ਰਾਜਨੀਤਿਕ ਦੀ ਗੱਲ ਕਰਦੇ, ਧਨਵਾਦ ਦੀ ਗੱਲ ਕਰਦੇ, ਕਿਸੇ ਅਪਰਾਧੀ ਦੀ ਗੱਲ ਕਰਦੇ, ਕਿਸੇ ਹੋਰ ਦੀ ਗੱਲ ਕਰਦੇ। ਬੰਦੇ ਦੀ ਗੱਲ ਕਰਕੇ ਤੇ ਬੰਦਾ ਖੁਸ਼ ਹੋ ਰਿਹਾ, ਪਰ ਪਰਮਾਤਮਾ ਦੀ ਗੱਲ ਕਰਨ ਲੱਗਿਆ ਬੰਦਾ ਦਲਿੱਦਰ ਵਿੱਚ ਚਲੇ ਜਾਏਗਾ, ਆਲਸ ਵਿੱਚ ਚਲੇ ਜਾਏਗਾ, ਉੱਥੇ ਜਾ ਕੇ ਢੇਰੀ ਢਾਹ ਕੇ ਬਹਿ ਜਾਏਗਾ। ਗੁਰੂ ਜੀ ਉਤਸ਼ਾਹ ਭਰ ਰਹੇ ਨੇ, ਹੌਸਲਾ ਦੇ ਰਹੇ ਨੇ ਸਾਡੇ ਅੰਦਰ, ਜਿਹੜਾ ਇੱਕ ਤਾਕਤ ਹਿੰਮਤ ਪੈਦਾ ਕਰ ਰਹੇ ਨੇ। ਅਤੇ ਗੁਰੂ ਪਿਤਾ ਆਵਾਜ਼ ਮਾਰ ਕੇ ਕਹਿੰਦੇ ਆਵੋ ਸੰਤ ਜਨੋ ਗੁਣ ਗਾਵੈ ਗੋਬਿੰਦ ਕੇਰੇ ਰਾਮ। ਆਓ ਭਾਈ ਮਿਲ ਬੈਠੀ। ਇਸੇ ਲਈ ਸੰਗਤ ਕਰਨੀ ਬੜੀ ਜ਼ਰੂਰੀ ਹੈ। ਕਈ ਵਾਰ ਆਪਾਂ ਸੋਚ ਲੈਂਦੇ ਹਾਂ ਕੀ ਜ਼ਰੂਰਤ ਹੈ ਗੁਰਦੁਆਰਾ ਸਾਹਿਬ ਜਾਣ ਦੀ, ਕੀ ਜ਼ਰੂਰਤ ਹੈ ਸਤ ਸੰਗਤ ਵਿੱਚ ਬੈਠਣ ਦੀ। ਭਲਿਓ ਇਹ ਸਾਡੀ ਬਹੁਤ ਵੱਡੀ ਅਗਿਆਨਤਾ ਹੈ। ਸੰਗਤ ਵਿੱਚ ਬਹਿਣਾ, ਇੱਥੇ ਬਹਿ ਕੇ ਜਦੋਂ ਗੁਰੂ ਦੀ ਗੱਲ ਨੂੰ ਸੁਣੀਦਾ ਅਤੇ ਟੁੱਟੀਆਂ ਹੋਈਆਂ ਸੁਰਤਾਂ, ਢਹਿਰੀ ਢਾਹ ਬੈਠੀਆਂ ਸੁਰਤਾਂ, ਉਹਨਾਂ ਦੇ ਵਿੱਚ ਵੀ ਹੌਸਲਾ ਪੈਦਾ ਹੋ ਜਾਂਦਾ ਹੈ। ਇੱਥੇ ਸੰਗਤ ਦੇ ਵਿੱਚ ਉਤਸ਼ਾਹੀ ਰੂਹਾਂ ਬੈਠੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਉੱਤੇ ਮਾਲਕ ਦੀ, ਪਰਮਾਤਮਾ ਦੀ, ਕਰਤਾ ਪੁਰਖ ਦੀ ਕਿਰਪਾ ਹੈ। ਫਿਰ ਉਹਨਾਂ ਵਾਲੇ ਪਾਸੇ ਵੇਖ ਕੇ ਹਿੰਮਤ ਪੈਦਾ ਹੁੰਦੀ ਹੈ, ਹੌਸਲਾ ਪੈਦਾ ਹੁੰਦਾ ਹੈ। ਜਦੋਂ ਸੰਗਤ ਵਿੱਚ ਬਹਿ ਕੇ ਇਸ ਤਰ੍ਹਾਂ ਆਪਾਂ ਵਿਚਾਰ ਸੁਣਦੇ ਹਾਂ, ਫਿਰ ਸਾਡੇ ਅੰਦਰ ਇੱਕ ਇਸ ਤਰ੍ਹਾਂ ਦੀ ਚੇਤਨਾ ਜਾਗਦੀ ਹੈ ਕਿ ਮੈਂ ਤੇ ਅੱਜ ਤੱਕ ਅਵੇਸਲਾ ਹੀ ਰਿਹਾ, ਮੈਨੂੰ ਤੇ ਸੁਭਾਗੀਆਂ ਘੜੀਆਂ ਮਿਲੀਆਂ ਨਹੀਂ। ਆ ਗੁਰੂ ਪਿਤਾ ਜੀ ਜਿਹੜੀ ਬਾਤ ਪਾ ਰਹੇ ਨੇ, ਕਹਿ ਰਹੇ ਨੇ, ਦੱਸ ਰਹੇ ਨੇ, ਇਹ ਤੇ ਬੜੀ ਦੁਰਲੱਭ ਹੈ। ਮੈਂ ਤੇ ਬਾਣੀ ਪੜ੍ਹੀ ਸੀ ਪਰ ਧਿਆਨ ਵਿੱਚ ਤਾਂ ਗੱਲ ਆਈ ਨਹੀਂ। ਅਸੀਂ ਘਰਾਂ 'ਚ ਬਾਣੀ ਪੜ੍ਹ ਲੈਂਦੇ ਹਾਂ ਅਤੇ ਬਾਣੀ ਪੜ੍ਹਦੇ ਪੜ੍ਹਦੇ ਬਹੁਤ ਵਾਰੀ ਬੇਧਿਆਨੇ ਹੋ ਜਾਈਦਾ, ਧਿਆਨ ਕਿਸੇ ਹੋਰ ਪਾਸੇ ਚਲੇ ਜਾਂਦਾ। ਕਹਿਣ ਲਈ ਬਾਣੀ ਪੜ੍ਹੀ ਜਾਂਦੀ ਹੈ ਪਰ ਬਾਣੀ ਜੋ ਦੇ ਰਹੀ ਹੈ, ਬਖਸ਼ਿਸ਼ ਕਰ ਰਹੀ ਹੈ, ਝੋਲੀ ਪਾ ਰਹੀ ਹੈ, ਉਹ ਲੈਣ ਦੀ ਸਾਡੇ ਅੰਦਰ ਜੋ ਅਵਸਥਾ ਚਾਹੀਦੀ ਉਹਦਾ ਜਨਮ ਨਹੀਂ ਹੁੰਦਾ। ਅਤੇ ਗੁਰੂ ਪਿਤਾ ਜੀ ਦੇ ਦਰ 'ਤੇ ਜਦੋਂ ਕਦੀ ਆ ਕੇ ਕਥਾ ਵਾਰਤਾ ਸੁਣੀਦੀ ਹੈ, ਸ਼ਬਦ ਕੀਰਤਨ ਸੁਣੀਦਾ ਹੈ, ਗੁਰਬਾਣੀ ਦਾ ਪਾਠ ਸੁਣੀਦਾ ਹੈ, ਅਤੇ ਜਦੋਂ ਆਸੇ ਪਾਸੇ ਬੈਠੀਆਂ ਰੂਹਾਂ ਨੂੰ ਵੀ ਦੇਖੀਦਾ ਅਤੇ ਮਨ ਦੇ ਅੰਦਰ ਇੱਕ ਜਜ਼ਬਾ ਪੈਦਾ ਹੁੰਦਾ ਹੈ। ਬਾਣੀ ਦੇ ਪਾਵਨ ਬਚਨ ਨੇ ਕਿ ਤਿੰਨਾਂ ਦੇਖ ਮਨ ਚਾਓ ਉਠੰਦਾ, ਤਿੰਨਾਂ ਦੇਖ ਮਨ ਚਾਓ ਉਠੰਦਾ। ਜਿਹੜੇ ਜੁੜੇ ਹੋਏ ਨੇ ਉਹਨਾਂ ਵਾਲੇ ਪਾਸੇ ਵੇਖ ਕੇ ਮਨ ਵਿੱਚ ਇੱਕ ਵਲਵਲਾ ਪੈਦਾ ਹੁੰਦਾ ਹੈ, ਜਜ਼ਬਾ ਪੈਦਾ ਹੁੰਦਾ ਹੈ। ਕੀ ਪੈਦਾ ਹੁੰਦਾ? ਤਿੰਨਾਂ ਦੇਖ ਮਨ ਚਾਓ ਉਠੰਦਾ, ਹੋਂ ਕਦ ਪਾਈ ਗੁਣ ਤਾਸਾ। ਮੈਂ ਕਦੋਂ ਗੁਣਾਂ ਦੇ ਮਾਲਕ ਵਾਹਿਗੁਰੂ ਨੂੰ ਪਾਵਾਂਗੀ, ਕਦੋਂ ਮੈਨੂੰ ਵੀ ਰੱਬ ਜੀ ਮਿਲਣਗੇ ਜੋ ਗੁਣਾਂ ਦੇ ਨਿੱਧ ਨੇ, ਗੁਣਾਂ ਦੇ ਖਜ਼ਾਨੇ ਨੇ, ਗੁਣਾਂ ਦੇ ਭੰਡਾਰੇ ਨੇ। ਅਤੇ ਸਤਿਗੁਰ ਪਿਤਾ ਜੀ ਰਹਿਮਤ ਕਰ ਰਹੇ ਨੇ। ਮਾਲਕ ਕਹਿੰਦੇ ਆਵੋ ਸੰਤ ਜਨੋ ਗੁਣ ਗਾਵੈ ਗੋਬਿੰਦ ਕੇਰੇ ਰਾਮ। ਆਵਾਜ਼ਾਂ ਦੇ ਰਹੇ ਨੇ, ਸਾਨੂੰ ਸੱਦਾ ਦੇ ਰਹੇ ਨੇ, ਆਓ ਬੈਠੀਏ। ਹੁਣ ਮੇਰੇ ਵਰਗਾ ਬਦਕਿਸਮਤ ਗੁਰੂ ਦੀ ਗੱਲ ਸੁਣ ਕੇ ਕੰਨ ਲਵੇਟ ਲਵੇ ਅਤੇ ਇਹ ਤੋਂ ਵੱਡੀ ਬਦਕਿਸਮਤੀ ਕੀ ਹੋ ਸਕਦੀ?
ਛੱਡੋ ਕੋਈ ਨਹੀਂ ਜੀ, ਵੇਖੀ ਜਾਏਗੀ, ਬੜੀ ਉਮਰ ਪਈ ਹੈ ਜੀ, ਅਜੇ ਕਿਹੜੀ ਉਮਰ ਹੋ ਗਈ ਹੈ ਗੁਰਦੁਆਰੇ ਜਾਣ ਦੀ, ਅਜੇ ਕਿਹੜੀ ਉਮਰ ਹੈ ਪਾਠ ਕਰਨ ਦੀ। ਕਦੀ ਅਸੀਂ ਬੱਚਿਆਂ ਨੂੰ ਵੀ ਕਹਿ ਦਿੰਦੇ, ਬੱਚਾ ਲੱਗ ਜਾਏ ਕਿਤੇ ਬਚਪਨ ਦੇ ਵਿੱਚ ਤਾਂ ਮਾਵਾਂ ਟੋਕਦੇ, ਛੱਡ ਪੁੱਤਰ ਅਜੇ ਬੜੀ ਉਮਰ ਹੈ, ਵੇਖ ਪੜ੍ਹ ਲਈ ਤੂੰ ਬਾਣੀ, ਸਾਰੀ ਉਮਰ ਬਾਣੀ ਹੋਈ ਪੜ੍ਹਨੀ ਹੈ। ਅਸੀਂ ਜੋੜਨ ਦੀ ਥਾਂ 'ਤੇ ਤੋੜਨ ਦੀ ਕਿਰਿਆ ਵਿੱਚ ਚਲੇ ਜਾਂਦੇ। ਅੱਜ ਬੜਾ ਮਨ ਪ੍ਰਸੰਨ ਹੋਇਆ ਜਦੋਂ ਸਵੇਰੇ ਪ੍ਰਭਾਤ ਫੇਰੀ ਤੋਂ ਇੱਥੇ ਨਮਸਕਾਰ ਕਰਕੇ ਸੰਗਤ ਜਾ ਰਹੀ ਸੀ ਤਾਂ ਬਾਹਰ ਉੱਥੇ ਬਹੁਤ ਸਾਰੇ ਬੱਚੇ ਬੈਠੇ ਮਿਲ ਗਏ। ਦਾਸ ਨੇ ਪੁੱਛਿਆ, ਪਿਆਰੇ ਬੱਚੇ ਕਿਵੇਂ, ਕਿੱਥੋਂ ਆਏ ਜੇ? ਕਹਿੰਦੇ ਜੀ ਪ੍ਰਭਾਤ ਫੇਰੀ 'ਤੇ ਆਏ ਆ। ਕਿਹੜਾ ਵਧੀਆ ਉਦਮ ਹੈ, ਆਏ ਨੇ। ਹੋ ਸਕਦਾ ਪੂਰਾ ਧਿਆਨ ਨਾ ਦੇਣ, ਪਰ ਇੱਕ ਚੀਜ਼ 'ਤੇ ਆ ਗਈ ਨਾ ਕਿ ਮੈਂ ਅੰਮ੍ਰਿਤ ਵੇਲੇ ਉੱਠ ਕੇ ਹੀ ਪ੍ਰਭਾਤ ਫੇਰੀ ਹੋ ਸਕਦੀ ਹੈ। ਜੇ ਪ੍ਰਭਾਤ ਦੀ ਫੇਰੀ ਲਾਣੀ ਹੈ, ਗੁਰੂ ਦੇ ਗਿਆਨ ਦੇ ਰਾਹ 'ਤੇ ਤੁਰਨਾ ਹੈ, ਤੇ ਅੰਮ੍ਰਿਤ ਵੇਲੇ ਦੀ ਸੰਭਾਲ ਬੜੀ ਜ਼ਰੂਰੀ ਹੈ। ਉਹਨਾਂ ਅੰਦਰ ਖਿਆਲ ਆ ਗਿਆ ਤੇ 6 ਵਜੇ ਪ੍ਰਭਾਤ ਫੇਰੀ ਆ ਕੇ ਗੁਰੂ ਘਰ ਵਿੱਚ ਹਾਜ਼ਰੀ ਭਰ ਕੇ ਇੱਥੋਂ ਵਿਦਾ ਹੋ ਰਹੀ ਸੀ। ਇਹਦਾ ਮਤਲਬ ਕੀ ਹੈ ਕਿ 4 ਵਜੇ ਤੇ ਕੋਈ ਉੱਠਿਆ ਹੋਏਗਾ, ਉੱਠ ਕੇ ਤਿਆਰ ਹੋਏ ਹੋਣਗੇ, ਉਦਮ ਕੀਤਾ ਹੋਏਗਾ, 2 ਕਦਮ ਪੁੱਟੇ ਹੋਣਗੇ, ਭਾਵੇਂ ਜ਼ਰੂਰੀ ਮਜਬੂਰੀ ਕਰਕੇ 2 ਵਾਰੀ 4 ਵਾਰੀ ਵਾਹਿਗੁਰੂ ਕਿਹਾ ਹੋਏਗਾ, ਕੁਝ ਨਾ ਕੁਝ ਗਾਇਆ ਜਾਂਦਾ ਹੋਏਗਾ, ਉਹ ਵੀ ਸੁਣਿਆ ਹੋਏਗਾ। ਤੇ ਕੀ ਹੈ? ਇਹ ਗੁਰੂ ਦਾ ਸੁਨੇਹਾ ਹੈ, ਇਹ ਗੁਰੂ ਜੀ ਦੇ ਗਿਆਨ ਦੀ ਆਵਾਜ਼ ਹੈ ਕਿ ਆਵੋ ਸੰਤ ਜਨੋ ਗੁਣ ਗਾਵੇਂ ਗੋਬਿੰਦ ਕੇਰੇ ਰਾਮ। ਆਓ ਗਾਈਏ, ਕਿਹਦੇ ਗੁਣ ਗਾਈਏ? ਗੋਬਿੰਦ ਦੇ, ਵਾਹਿਗੁਰੂ ਜੀ ਦੇ, ਜੋ ਧਰਤੀ ਨੂੰ ਪਾਲਣ ਵਾਲੇ ਨੇ। ਗੁਰਮੁਖ ਮਿਲ ਰਹੀ ਹੈ ਕਰ ਵਾਜੇ ਸ਼ਬਦ ਕਨੇਰੇ ਰਾਮ। ਇਹ ਗੁਣ ਗਾਉਣ ਵਾਲੀ ਜਿਹੜੀ ਅਵਸਥਾ ਕਿੱਥੋਂ ਜਨਮ ਲੈਂਦੀ ਹੈ? ਗੁਰਪਿਤਾ ਗੁਰੂ ਨੂੰ ਮਿਲ ਕੇ ਰਹੋ, ਗੁਰੂ ਦੇ ਨਾਲ ਮਿਲ ਕੇ ਰਹੀਏ, ਆਪਣੀ ਸੁਰਤ ਦਾ ਸ਼ਬਦ ਨਾਲ ਸਾਂਝ ਪੈ ਜਾਏ। ਫਿਰ ਕੀ ਹੁੰਦਾ ਹੈ? ਫਿਰ ਸਾਡੇ ਹਿਰਦੇ ਦੇ ਅੰਦਰ ਘਰ ਵਾਜੇ, ਘਰ ਮੈਨੇ ਹਿਰਦਾ, ਘਰ ਦੇ ਰਾਰੇ ਨੂੰ ਸਿਆਰੀ ਪਈ ਹੋਈ ਹੈ, ਹਿਰਦੇ ਰੂਪੀ ਘਰ ਦੇ ਵਿੱਚ ਵਾਜੇ ਵੱਜਦੇ ਹਨ। ਸ਼ਬਦ ਕਨੇਰੇ ਰਾਮ, ਪਰਮੇਸ਼ਰੀ ਗਿਆਨ ਦੇ ਜੋ ਆਵਾਜ਼ ਹੈ। ਬਹੁਤੇ ਵਾਜੇ ਜਿਹੜੇ ਨੇ, ਸ਼ਬਦ ਕਨੇਰੇ, ਆਵਾਜ਼ ਜਿਹੜੀ ਪੈਦਾ ਹੁੰਦੀ ਹੈ ਅੰਦਰੋਂ, ਫਿਰ ਸੁਰਤ ਦੇ ਅੰਦਰ ਰੱਬੀ ਗੁਣਾਂ ਦਾ ਇੱਕ ਪ੍ਰਵਾਹ ਚੱਲਦਾ। ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਮਿਲਦਾ ਕਿੱਥੇ ਹੈ? ਗੁਰਮੁਖ ਮਿਲ ਰਹੀ ਹੈ। ਗੁਰੂ ਦੇ ਦੁਆਰਾ, ਗੁਰੂ ਦੇ ਰਾਹੀਂ ਮਿਲ ਜਾਈਏ, ਗੁਰੂ ਦੇ ਨਾਲ ਸੰਗ ਕਰ ਲਈਏ, ਗਿਆਨ ਦੀ ਸੰਗਤ ਕਰ ਲਈਏ, ਗੁਰਬਾਣੀ ਦੀ ਸੰਗਤ ਕਰ ਲਈਏ। ਸ਼ਬਦ ਕਨੇਰੇ ਹਰ ਪ੍ਰਭ ਤੇਰੇ, ਤੂੰ ਕਰਤਾ ਸਭ ਥਾਈ। ਵਾਹਿਗੁਰੂ ਜੀਓ, ਇਹ ਰਸਦਾਇਕ ਕਨੇਰੇ ਸ਼ਬਦ ਨੇ, ਇਹ ਵਿਅਕਤੀ ਦੇ ਨਹੀਂ ਹੋ ਸਕਦੇ, ਇਹ ਬੰਦੇ ਦੇ ਨਹੀਂ ਹੋ ਸਕਦੇ, ਇਹ ਹਰੀ ਪ੍ਰਭੂ ਜੀ ਤੁਹਾਡੇ ਨੇ। ਸ਼ਬਦ ਕਨੇਰੇ ਹਰ ਪ੍ਰਭ ਤੇਰੇ, ਇਹ ਹਰੀ ਪ੍ਰਭੂ ਜੀ ਤੁਹਾਡੇ ਨੇ। ਇਹ ਜਿਹੜੇ ਰਸਦਾਇਕ ਸ਼ਬਦ ਨੇ, ਵਾਜੇ 5 ਸ਼ਬਦ ਤਿਤ ਕਰ ਸਬਾਗੇ, ਕਰ ਸਬਾਗੇ ਸ਼ਬਦ ਵਾਜੇ, ਉਹ ਅਸੀਂ, ਉਹ ਰੱਬ ਜੀ ਦੇ ਸ਼ਬਦ ਨੇ, ਵਿਅਕਤੀ ਦੇ ਨਹੀਂ। ਕਲਾ ਜਨ ਧਾਰੀ ਹੋਈ ਹੈ ਉਸ ਰੱਬ ਜੀ ਦੇ ਸ਼ਬਦ। ਤੇ ਮਾਲਕ ਕਹਿੰਦੇ ਸ਼ਬਦ ਕਨੇਰੇ ਹਰ ਪ੍ਰਭ ਤੇਰੇ, ਤੂੰ ਕਰਤਾ, ਤੂੰ ਕਰਤਾ ਸਭ ਥਾਈ। ਇਹ ਤੁਸੀਂ ਕਰਨ ਵਾਲੇ ਰੱਬ ਜੀ ਸਾਰੇ ਥਾਂ ਤੇ ਪਰਿਪੂਰਨ ਭਰਪੂਰ। ਐਨਸ ਜਪੀ ਸਦਾ ਸਲਾਹੀ, ਸਾਜ ਸਾਚ ਸ਼ਬਦ ਲਿਵ ਲਾਈ। ਹੁਣ ਜਗਿਆਸੂ ਦੇ ਅੰਦਰ ਅਵਸਥਾ ਬਣ ਗਈ, ਪ੍ਰਭੂ ਜੀ ਮੈਂ ਦਿਨ ਰਾਤ ਤੁਹਾਡੇ ਨਾਮ ਨੂੰ ਜਪਾਂ, ਮੈਂ ਤੁਹਾਡੇ ਨਾਮ ਨੂੰ ਜਪਣ ਵਾਲੇ ਪਾਸੇ ਲੱਗ ਜਾਵਾਂ। ਸਦਾ ਸਲਾਹੀ, ਮੈਂ ਸਦਾ ਤੁਹਾਡੀ ਸਿਫਤੋ ਸਲਾਹ ਕਰਾਂ। ਸਾਚ ਸ਼ਬਦ ਲਿਵ ਲਾਈ, ਮੈਂ ਤੁਹਾਡੇ ਸੱਚੇ ਸ਼ਬਦ ਵਿੱਚ, ਗਿਆਨ ਦੇ ਵਿੱਚ ਜਿਹੜੀ ਸੁਰਤ ਦਾ ਜੋੜ ਹੈ ਨਾ, ਇਹਨੂੰ ਬਣਾ ਲਵਾਂ। ਐਨਸ ਸਹਿਜ ਰਹੇ ਰੰਗ ਰਾਤਾ, ਰਾਮ ਨਾਮ ਰਿੱਧ ਪੂਜਾ। ਫਿਰ ਉਹ ਵਡਭਾਗੀ ਜਿਹਨੂੰ ਇਹੋ ਜਿਹੀ ਅਵਸਥਾ ਮਿਲ ਗਈ,
ਸੱਚੇ ਪਾਤਸ਼ਾਹ ਕਹਿੰਦੇ ਨੇ ਅੰਦਨ ਸਹਿਜ ਰਹੇ, ਅਡੋਲ ਅਵਸਥਾ ਵਿੱਚ ਰਹਿੰਦਾ ਹੈ, ਰੰਗ ਰਾਤਾ ਰੱਬੀ ਪਿਆਰ ਵਿੱਚ ਗਵਾਚਿਆ ਹੋਇਆ, ਰਾਮ ਨਾਮ ਰਿੱਧ ਪੂਜਾ। ਉਹ ਆਪਣੇ ਹਿਰਦੇ ਦੇ ਅੰਦਰ ਪਰਮੇਸ਼ਰ ਵਾਹਿਗੁਰੂ ਜੀ ਦੀ ਪੂਜਾ ਕਰਦਾ, ਉਸ ਨਾਮ ਅੱਗੇ ਝੁਕਿਆ ਰਹਿੰਦਾ, ਸਿਜਦਾ ਕਰਦਾ, ਸਮਰਪਿਤ ਹੋ ਕੇ ਚੱਲਦਾ ਹੈ। ਨਾਨਕ ਗੁਰਮੁਖ ਏਕ ਪਛਾਣੈ, ਅਵਰ ਨਾ ਜਾਣੈ ਦੂਜਾ। ਧੰਨ ਗੁਰੂ ਨਾਨਕ ਪਾਤਸ਼ਾਹ ਬਚਨ ਬਖਸ਼ਿਸ਼ ਕਰ ਭਾਈ। ਗੁਰੂ ਦੇ ਰਾਹੀਂ ਇੱਕ ਵਾਹਿਗੁਰੂ ਜੀ ਦੀ ਪਛਾਣ ਉਹ ਕਰ ਲੈਂਦੇ ਵੱਡਿਆਂ ਭਾਗਾਂ ਵਾਲਾ। ਆਪਾਂ ਇਸੇ ਕਾਜ ਲਈ ਇੱਥੇ ਆਏ ਨਾ, ਇੱਕ ਦੀ ਪਛਾਣ ਹੋ ਜਾਏ, ਇੱਕ ਨੂੰ ਜਾਣ ਸਕੀਏ। ਤੇ ਜਾਣੇਗਾ ਕੌਣ? ਜਿਸ ਨੂੰ ਤੂੰ ਜਣਾਏ, ਜਿਸ ਨੂੰ ਤੂੰ ਜਣਾਏ ਸੋਈ ਜਨ ਜਾਣੇ, ਹਰ ਗੁਣ ਸਦ ਹੀ ਆਖ ਵਖਾਣੇ। ਅਸੀਂ ਆਪਣੇ ਤੌਰ 'ਤੇ ਕੁਝ ਨਹੀਂ ਕਰ ਸਕਦੇ। ਇੱਥੇ ਰਹਿਮਤ ਹੈ। ਨਾਨਕ ਗੁਰਮੁਖ ਏਕ ਪਛਾਣੇ, ਅਮਰ ਨਾ ਜਾਣੇ ਦੂਜਾ। ਉਹ ਫਿਰ ਇੱਕ ਨੂੰ ਹੀ ਪਛਾਣਦੇ ਨੇ, ਫਿਰ ਉਹ ਦੂਜੇ ਦੀ ਪਛਾਣ ਹੀ ਨਹੀਂ ਜਾਣਦੇ। ਹੁਣ ਬਸ ਹੈ ਹੀ ਨਹੀਂ ਹੈ, ਬਸ ਉਹਦੇ ਬਸ ਇੱਕੋ ਹੀ ਹੈ, ਇੱਕ ਤੂੰ ਹੀ, ਇੱਕ ਤੂੰ ਹੀ, ਉਹਦੇ ਦੂਜਾ ਹੈ ਹੀ ਨਹੀਂ ਹੈ। ਨਾਨਕ ਗੁਰਮੁਖ ਏਕ ਪਛਾਣੈ, ਅਵਰ ਨਾ ਜਾਣੈ ਦੂਜਾ। ਉਹ ਫਿਰ ਦੂਜੇ ਨੂੰ ਜਾਣਦਾ ਹੀ ਨਹੀਂ। ਜਿੰਨਾ ਮਰਜ਼ੀ ਸੰਸਾਰ ਰੌਲਾ ਪਾਈ ਜਾਏ ਕਿ ਉੱਥੇ ਚੱਲ, ਉੱਥੇ ਚੱਲ, ਉੱਥੇ ਚੱਲ, ਕਿ ਨਹੀਂ, ਉੱਥੇ ਨਹੀਂ ਜਾਣਾ। ਮੈਂ ਤਾਂ ਇੱਕ ਦਾ ਮਰੀਦ ਹਾਂ, ਇੱਕ ਸੇਵੀ, ਇੱਕ ਸੰਭਲਾਂ। ਮੈਂ ਇੱਕ ਦੀ ਸੇਵਾ ਕਰਦਾ, ਇੱਕ ਨੂੰ ਯਾਦ ਕਰਦਾ, ਮੈਂ ਦੂਜੇ ਪਾਸੇ ਧਿਆਨ ਜਾਂਦਾ ਹੀ ਨਹੀਂ। ਸੱਚੇ ਪਾਤਸ਼ਾਹ ਬਚਨ ਕਰੇ ਦੂਜੇ ਪਦੇ ਵਿੱਚ, ਸਭ ਮੈਂ ਰਵ ਰਿਹਾ ਸੋ ਪ੍ਰਭ ਅੰਤਰ ਜਾਮੀ ਰਾਮ। ਉਹ ਜਦੋਂ ਗੁਰੂ ਦੀ ਸੰਗਤ ਵਿੱਚ ਬਹਿ ਕੇ ਪਰਮੇਸ਼ਰੀ ਨਾਮ ਦੇ ਨਾਲ ਸੁਰਤ ਦਾ ਸੰਬੰਧ ਬਣਦਾ ਹੈ, ਤਾਂ ਫਿਰ ਜਗਿਆਸੂ ਦੇ ਅੰਦਰ ਉਸ ਰੱਬ ਜੀ ਦੀ ਹਸਤੀ ਤੇ ਹੋਂਦ ਬਾਰੇ ਇਹ ਭਾਗਾਂ ਵਾਲਿਓ ਇਹ ਅਹਿਸਾਸ ਹੋ ਜਾਂਦਾ ਹੈ। ਗੁਰੂ ਪਿਤਾ ਜੀ ਬਚਨ ਕਹਿ ਰਹੇ ਨੇ, ਸਭ ਮੈਂ ਰਵ ਰਿਹਾ ਸੋ ਪ੍ਰਭ ਅੰਤਰ ਜਾਮੀ ਰਾਮ। ਉਹ ਗਿਆਨ ਹੋ ਗਿਆ, ਜਿਹੜਾ ਅੰਤਰ ਜਾਮੀ ਮੇਰਾ ਪ੍ਰਭੂ ਹੈ ਨਾ, ਉਹ ਸਮਸਤ ਵਿਆਪਕ ਹੈ, ਉਹ ਸਾਰਿਆਂ ਵਿੱਚ ਪਰਿਪੂਰਨ ਹੈ। ਉਹ ਵਾਹਿਗੁਰੂ ਜੀ ਊਚ ਨੀਚ ਮੈਂ ਜੋਤ ਸਮਾਨੀ, ਘਟ ਘਟ ਮਾਧੋ ਜੀਆ। ਪਰਮਾਤਮਾ ਜੀ ਸਾਰੇ ਵਿਆਪਕ ਨੇ, ਪਰਿਪੂਰਨ ਨੇ। ਉਹ ਵਾਹਿਗੁਰੂ ਜੀ ਇਹ ਪਤਾ ਕਦੋਂ ਲੱਗਿਆ? ਜਦੋਂ ਗੁਰੂ ਜੀ ਦੇ ਦਰ 'ਤੇ ਬੈਠ ਗਏ, ਜਦੋਂ ਗੁਰੂ ਜੀ ਦੇ ਉਪਦੇਸ਼ ਨੂੰ ਧਿਆਨ ਨਾਲ ਸੁਣ ਲਿਆ। ਗੁਰ ਸ਼ਬਦ ਰਵੈ ਰਵ ਰਹਿਆ ਸੋ ਪ੍ਰਭ ਮੇਰਾ ਸੁਆਮੀ ਰਾਮ। ਗੁਰ ਸ਼ਬਦ ਦੁਆਰਾ ਉਹ ਪ੍ਰਮਾਤਮਾ ਨੂੰ ਜਗਿਆਸੂ ਰੱਬਦਾ ਹੈ, ਉਹਨੂੰ ਜਾਣਦਾ ਹੈ, ਵਾਹਿਗੁਰੂ ਨਾਲ ਸੰਬੰਧ ਬਣਾਉਂਦਾ ਹੈ। ਅਤੇ ਜਦੋਂ ਗੁਰੂ ਜੀ ਦੇ ਸ਼ਬਦ ਦੁਆਰਾ, ਗਿਆਨ ਦੁਆਰਾ, ਉਪਦੇਸ਼ ਦੁਆਰਾ ਜਗਿਆਸੂ ਦਾ ਸੰਬੰਧ ਬਣ ਜਾਂਦਾ ਹੈ, ਫਿਰ ਜਗਿਆਸੂ ਦੇ ਅੰਦਰੋਂ ਵੀ ਨਿਕਲਦਾ ਹੈ ਕਿ ਭਾਗਾਂ ਵਾਲਿਓ, ਉਹ ਜਿਹੜਾ ਮੇਰਾ ਰੱਬ ਹੈ, ਜਿਹੜਾ ਮੇਰਾ ਸੁਆਮੀ ਹੈ, ਜਿਸ ਰੱਬ ਨਾਲ ਮੈਨੂੰ ਗੁਰੂ ਜੀ ਨੇ ਜੋੜਿਆ ਹੈ, ਰੱਬ ਮੇਰਾ ਜਿਹੜਾ ਹੈ ਉਹ ਪਰਿਪੂਰਨ ਹੈ। ਗੁਰ ਸ਼ਬਦ ਰਵੈ ਰਵ ਰਹਿਆ ਸੋ ਪ੍ਰਭ ਮੇਰਾ ਸੁਆਮੀ ਰਾਮ। ਜਿਹੜਾ ਸਰਵ ਵਿਆਪਕ ਹੈ ਉਹੀਓ ਮੇਰਾ ਸੁਆਮੀ ਹੈ, ਉਹੀਓ ਮੇਰਾ ਮਾਲਕ ਹੈ। ਮੇਰਾ ਮਾਲਕ ਕੋਈ ਵਿਅਕਤੀ ਨਹੀਂ ਹੈ, ਮੇਰਾ ਮਾਲਕ ਕੋਈ ਬੁੱਤ ਨਹੀਂ ਹੈ। ਮੇਰਾ ਮਾਲਕ ਜਿਹੜਾ ਹੈ ਨਾ ਉਹ ਵਿਆਪਕ ਪ੍ਰਭੂ ਹੈ, ਪਰਿਪੂਰਨ ਪਰਮਾਤਮਾ ਹੈ, ਸਭ ਥਾਵਾਂ 'ਤੇ ਵਸਣ ਵਾਲਾ ਰੱਬ ਜੀ ਹੈ। ਪ੍ਰਭ ਮੇਰਾ ਸੁਆਮੀ ਅੰਤਰ ਜਾਮੀ, ਘਟ ਘਟ ਰਵਿਆ ਸੋਈ। ਫਿਰ ਰੱਬ ਜੀ ਉੱਤੇ ਯਕੀਨ ਹੋ ਗਿਆ, ਭਰੋਸਾ ਹੋ ਗਿਆ, ਜਿਹੜਾ ਬੜਾ ਔਖਾ ਮਿਲਦਾ ਹੈ। ਅਸੀਂ ਰੱਬ ਦੀ ਗੱਲ ਤੇ ਕਰ ਲੈਂਦੇ ਹਾਂ, ਪਰ ਰੱਬ ਦੇ ਪ੍ਰਤੀ ਜੋ ਯਕੀਨ ਮੇਰੇ ਕੋਲ ਹੋਣਾ ਚਾਹੀਦਾ ਹੈ ਉਹ ਮੇਰੇ ਕੋਲ ਨਹੀਂ ਹੈ। ਪ੍ਰਭ ਮੇਰਾ ਸੁਆਮੀ ਅੰਤਰ ਜਾਮੀ, ਘਟ ਘਟ ਰਵਿਆ ਸੋਈ।
ਜਿਹੜਾ ਮੇਰਾ ਪ੍ਰਭੂ ਹੈ ਨਾ, ਉਹ ਮੇਰਾ ਮਾਲਕ ਹੈ ਨਾ, ਉਹ ਅੰਤਰਜਾਮੀ ਹੈ, ਉਹ ਜਾਣਦਾ ਹੈ, ਉਹ ਅੰਤਰਜਾਮੀ ਹੈ। ਅੱਗੋਂ ਦੇਖੇ ਪਿੱਛੋਂ ਦੇਖੇ ਤੁਝ ਤੇ ਕੌਣ ਛੁਪਾਵੇ, ਅੰਤਰਜਾਮੀ। ਘਟ ਘਟ ਰਵਿਆ ਸੋਈ, ਉਹ ਸਾਰੇ ਹਿਰਦਿਆਂ ਵਿੱਚ, ਸਾਰੇ ਘਟਾਂ ਵਿੱਚ ਰਵਿਆ ਹੋਇਆ। ਤਾਂ ਕਿ ਸ਼੍ਰੀ ਗੁਰੂ ਅਰਜਨ ਸਾਹਿਬ ਦੇ ਪਾਵਨ ਬੋਲ ਆਪਾਂ ਬੋਲ ਲੈਂਦੇ ਹਾਂ, ਸਭੇ ਘਟ ਰਾਮ ਬੋਲੇ, ਸਭੇ ਘਟ ਰਾਮ ਬੋਲੇ। ਰਵਿਆ ਤਾਂ ਹੀ ਬੋਲਿਆ ਨਾ, ਹੈ ਤਾਂ ਹੀ ਬੋਲਿਆ ਨਾ। ਸਭੇ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਗੁਰਮਤ ਸੱਚ ਪਾਈਏ, ਸਹਿਜ ਸਮਾਈਏ, ਤਿਸ ਬਿਨ ਅਵਰ ਨਾ ਕੋਈ। ਸੱਚੇ ਪਾਤਸ਼ਾਹ ਕਹਿੰਦੇ ਗੁਰੂ ਦੁਆਰਾ ਸੱਚ ਕਹੀਏ ਪ੍ਰਮਾਤਮਾ, ਵਾਹਿਗੁਰੂ ਜੀ ਨੂੰ ਪਾਈਦਾ ਹੈ। ਸਹਿਜ ਸਮਾਈਏ, ਅਡੋਲ ਅਵਸਥਾ ਵਿੱਚ ਰਹਿੰਦਿਆਂ ਹੋਇਆਂ ਪ੍ਰਮਾਤਮਾ ਜੀ ਨਾਲ ਸੁਰਤ ਦਾ ਸੰਬੰਧ ਬਣ ਜਾਂਦੇ, ਸੁਰਤ ਰੱਬ ਜੀ ਦੇ ਨਾਲ ਮਿਲ ਜਾਂਦੀ। ਸਹਿਜ ਸਮਾਈਏ, ਉਹ ਜਿਹੜਾ ਮਿਲਾਪ ਦੀ ਉਹ ਕਿਰਿਆ ਹੈ ਨਾ, ਉਹ ਬੜੀ ਸਹਿਜ ਭਰੀ ਹੈ, ਉਹ ਬਹੁਤ ਸਹਿਜ ਵਾਲੀ ਹੈ। ਉਹਦੇ ਨਾਮ ਨੂੰ ਜਪਣ ਲਈ ਤਾਂ ਤਰਦਦ ਕਰਨਾ ਪੈਂਦਾ। ਜਦੋਂ ਸੁਰਤ ਦਾ ਮਿਲਾਪ ਹੋਣਾ, ਉੱਥੇ ਜਾ ਕੇ ਫਿਰ ਸਹਿਜ ਹੈ। ਆਪਾਂ ਦੇਖਦੇ ਹਾਂ ਨਦੀ ਜਦੋਂ ਜਾ ਰਹੀ ਹੈ ਸਮੁੰਦਰ ਵਾਲੇ ਪਾਸੇ, ਸ਼ਾਂ 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 ਕਰਕੇ ਜਾਂਦੀ, ਪਰ ਜਿੱਥੇ ਜਾ ਕੇ ਨਦੀ ਸਮੁੰਦਰ ਵਿੱਚ ਜਾ ਕੇ ਡਿੱਗਦੀ ਹੈ ਨਾ, ਉੱਥੇ ਕਦੀ ਖਲੋ ਕੇ ਦੇਖੋ ਤੇ ਕੋਈ ਆਵਾਜ਼ ਨਹੀਂ ਹੈ, ਉੱਥੇ ਖਾਮੋਸ਼ੀ ਹੈ। ਇਸ ਤਰ੍ਹਾਂ ਸਾਡੀ ਸੁਰਤ ਹੈ, ਜਦੋਂ ਇਹ ਮਿਲਾਪ ਵਾਲੇ ਪਾਸੇ ਜਾ ਰਹੀ ਹੈ, ਫਿਰ ਤਰੱਦਦ ਵਿੱਚ ਹੈ, ਫਿਰ ਕਿਸੇ ਮੁਸ਼ੱਕਤ ਵਿੱਚ ਹੈ, ਫਿਰ ਕਿਸੇ ਯਤਨ ਦੇ ਵਿੱਚ ਹੈ, ਪਰ ਜਦੋਂ ਉੱਥੇ ਮਿਲਾਪ ਦੀ ਅਵਸਥਾ ਨੂੰ ਮਨ ਦੀ 'ਚ ਪਹੁੰਚਦੀ, ਉੱਥੇ ਜਾ ਕੇ ਸਹਿਜ ਸਮਾਈਏ। ਉੱਥੇ ਜਿਹੜੀ ਗੱਲ ਹੈ ਉਹ ਸਹਿਜ ਸਮਾਈ ਦੀ ਗੱਲ। ਫਿਰ ਅੰਦਰ ਕੀ ਹੈ, ਜਦੋਂ ਸਮਾਈਏ ਹੋ ਗਿਆ, ਫਿਰ ਅੰਦਰ ਆਵਾਜ਼ ਆਉਂਦੀ, ਤਿਸ ਬਿਨ ਅਵਰ ਨਾ ਕੋਈ। ਬਸ ਇੱਕੋ ਹੀ ਹੈ, ਕੋਈ ਨਹੀਂ ਹੈ, ਇੱਕੋ ਹੀ ਹੈ। ਇਹ ਉੱਥੇ ਜਾ ਕੇ ਸੁਰਤ ਅਨੁਭਵੀ ਬੋਲਨੇ। ਅਸੀਂ ਤੇ ਅੱਖਰਾਂ ਅਰਥ ਕਰ ਰਹੇ ਹਾਂ ਨਾ, ਇਹ ਪਰ ਗੁਰੂ ਜੀ ਦੇ ਅਨੁਭਵੀ ਬੋਲਨੇ। ਅੱਗੇ ਤੀਸਰਾ ਪਦਾ ਸ਼ੁਰੂ ਹੁੰਦਾ ਹੈ, ਇਹ ਜਗੋ ਦੁੱਤਰ ਮਨ ਮੁਖ ਪਾਰ ਨ ਪਾਈ ਰਾਮ। ਇਹ ਸੰਸਾਰ ਜਿੱਥੇ ਸਾਨੂੰ ਜਨਮ ਮਿਲੇ, ਇਸ ਦੀ ਅਸਲੀਅਤ ਜਾਣਨੀ ਬੜੀ ਜ਼ਰੂਰੀ ਹੈ। ਦੋ ਧਰ ਨਾ ਤਰਿਆ ਜਾਣ ਵਾਲਾ, ਇਹ ਸਮੁੰਦਰ ਹੈ, ਇਹ ਸਾਗਰ ਹੈ। ਮਨ ਮੁਖ ਪਾਰ ਨ ਪਾਈ ਰਾਮ, ਜਿਹੜਾ ਮਨ ਦੇ ਮਗਰ ਚੱਲਦਾ, ਜਿਹੜਾ ਗੁਰੂ ਕੋਲ ਆਉਣ ਤੋਂ ਕੰਨੀ ਕਤਰਾਉਂਦਾ, ਜਿਹੜਾ ਕਹਿੰਦਾ ਗੁਰੂ ਕੋਲ ਜਾ ਕੇ ਕੀ ਮਿਲਦਾ, ਕੀ ਪਿਆ ਨੇ ਜਾ ਕੇ ਮੈਂ ਮੱਥਾ ਟੇਕਾਂ, ਮੈਂ ਪੜ੍ਹਨਾ ਪੜ੍ਹ ਲਵਾਂਗਾ। ਜਿਹਦੇ ਅੰਦਰ ਸ਼ਰਧਾ ਨਹੀਂ, ਪਿਆਰ ਨਹੀਂ, ਵਿਸ਼ਵਾਸ ਨਹੀਂ, ਸਮਰਪਣ ਨਹੀਂ, ਜਿਹੜਾ ਗੁਰੂ ਜੀ ਦੇ ਗੁਣਾਂ ਤੇ ਪਰਉਪਕਾਰਾਂ ਨੂੰ ਜਾਣਦਾ ਹੀ ਨਹੀਂ ਹੈ, ਉਹ ਮਨਮੁਖ, ਉਹ ਮਨ ਦੇ ਮਗਰ ਚੱਲ ਰਹੇ ਹੈ। ਇਹ ਜਗੋ ਦੁੱਤਰ ਮਨ ਮੁਖ ਪਾਰ ਨ ਪਾਈ ਰਾਮ, ਨਾ ਤਰਿਆ ਜਾਣ ਵਾਲਾ ਸਭ। ਜਿਹੜਾ ਮਨਮੁਖ ਹੈ, ਮਨ ਦੇ ਮਗਰ ਤੁਰਨ ਵਾਲਾ ਹੈ, ਪਾਰ ਨ ਪਾਈ ਰਾਮ, ਉਹ ਪਾਰ ਨਹੀਂ ਪਾਉਂਦਾ, ਉਹਨੂੰ ਦੂਜਾ ਕੰਡਾ ਨਹੀਂ ਮਿਲਦਾ। ਹੁਣ ਸੱਚੇ ਪਾਤਸ਼ਾਹ ਕਹਿੰਦੇ ਨੇ ਕਾਰਨ ਕੀ ਹੈ, ਅੰਤਰੇ ਹੋ ਮੈਂ ਮਮਤਾ ਕਾਮ ਕ੍ਰੋਧ ਚਤੁਰਾਈ ਰਾਮ। ਮਨਮੁਖ ਦੇ ਅੰਦਰ ਕੀ ਹੈ, ਹਉਮੈ ਹੈ, ਮੈਂ। ਦੂਜੀ ਚੀਜ਼ ਕਿਹੜੀ ਹੈ, ਮਮਤਾ। ਮਮਤਾ ਕੀ ਹੈ, ਸੰਸਾਰ ਦੀ ਪਕੜ ਹੈ, ਜਿਹਨੂੰ ਸਮੋਹ ਵੀ ਕਹਿੰਦੇ।
ਹੋਰ ਕੀ ਕੁਝ ਆ ਗਿਆ ਅੰਦਰ? ਕਾਮ ਕ੍ਰੋਧ ਚਤੁਰਾਈ ਰਾਮ। ਅੰਦਰ ਕੀ ਹੈ? ਕਾਮ ਦਾ ਵਸ, ਅੰਦਰ ਕੀ ਹੈ? ਕ੍ਰੋਧ ਦਾ ਵਸ, ਅੰਦਰ ਕੀ? ਚਲਾਕੀ, ਹੁਸ਼ਿਆਰੀ, ਆਪਣੇ ਸਿਆਣੇ ਹੋਣ ਦੇ ਦਾਅਵੇਗਿਰੀ। ਅੰਤਰੇ ਹਉਮੈ ਮਮਤਾ ਕਾਮ ਕ੍ਰੋਧ ਚਤੁਰਾਈ ਰਾਮ। ਹੁਣ ਰੱਬ ਤੋਂ ਟੁੱਟ ਕੇ ਬੰਦਾ ਕਵੇ ਕਿ ਮੈਂ ਤੋਂ ਬਚ ਜਾਵਾਂਗਾ, ਸਵਾਲ ਹੀ ਨਹੀਂ ਪੈਦਾ ਹੁੰਦਾ। ਬੱਚਾ ਕਵੇ ਕਿ ਮਮਤਾ ਤੋਂ ਬਚ ਜਾਵਾਂਗਾ, ਪ੍ਰਸ਼ਨ ਹੀ ਨਹੀਂ ਪੈਦਾ ਹੁੰਦਾ। ਹੁਣ ਇਹ ਮਮਤਾ ਜਿਹੜੀ ਮੋਹ ਜਿਹਨੂੰ ਆਪਾਂ ਕਹਿੰਦੇ ਹਾਂ, ਇਹਦੇ ਵਿੱਚ ਫਸਿਆ ਹੋਇਆ ਬੰਦਾ ਤੇ ਧਰਮ ਦੇ ਰਾਹ 'ਤੇ ਇੱਕ ਪੈਰ ਵੀ ਨਹੀਂ ਪੁੱਟ ਪਾਉਂਦਾ। ਆਪਾਂ ਰੋਜ਼ ਹੀ ਪੜ੍ਹਦੇ ਹਾਂ, ਤਿਤ ਸਰਵਰਲੇ ਭਈਲੇ ਨਵਾਸਾ, ਪਾਣੀ ਪਾਵਕ ਤਿਨੇ ਕੀਆ, ਪੰਕਜ ਮੋਹ। ਅੱਗੇ ਕੀ ਹੈ ਗੁਰੂ ਦੀ ਸੰਗਤ ਜੀ? ਅੱਗੇ ਕੀ ਹੈ? ਪੰਕਜ ਮੋਹ ਪੱਗ ਨਹੀਂ ਚੱਲ, ਹਮ ਦੇਖਾ ਤਾਂ ਡੂਬੀਏ ਦੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੇਖਿਆ ਸੰਸਾਰ ਡੁੱਬ ਰਿਹਾ ਉੱਥੇ। ਬਿਨ ਨਾਮੈ ਕੋ ਬੇਲੀ ਨਾਹੀ, ਪੁੱਤ ਕੁਟੰਬ ਸੁਤ ਭਾਈ। ਐ ਪ੍ਰਾਣੀ, ਪਰਮੇਸ਼ਰ ਦੇ ਨਾਮ ਤੋਂ ਬਗੈਰ ਤੇਰਾ ਕੋਈ ਬੇਲੀ ਨਹੀਂ ਹੈ। ਭਾਵੇਂ ਤੇਰਾ ਕੋਈ ਪੁੱਤਰ ਹੈ, ਤੇਰਾ ਪਰਿਵਾਰ ਹੈ, ਤੇਰਾ ਪੁੱਤਰ ਹੈ, ਤੇਰਾ ਕੋਈ ਭਾਈ ਘੁੰਮਦਾ ਹੈ ਸੰਸਾਰ ਦੇ ਵਿੱਚ, ਪਰ ਤੇਰਾ ਕੋਈ ਨਹੀਂ। ਕਿਉਂਕਿ ਇੱਕ ਕੌੜਾ ਸੱਚ ਹੈ, ਵਿਪਤ ਪਰੇ ਸਭੂ ਸੰਗ ਛਾਡਤ ਕਉ ਨ ਆਵਤ ਨੇਰਾ। ਇਹ ਸੰਸਾਰ ਦੇ ਜਿੰਨੇ ਰਿਸ਼ਤੇਦਾਰ ਨੇ ਨਾ, ਇਹ ਸਾਰੇ ਸੁੱਖ ਦੇ ਸਾਥੀ ਨੇ। ਜਦੋਂ ਮੁਸੀਬਤ ਪੈਂਦੀ ਹੈ ਤੇ ਮੁਸੀਬਤ ਵੇਲੇ ਸਾਰੇ ਸੰਗ ਛੱਡ ਕੇ ਤੁਰ ਜਾਂਦੇ ਨੇ। ਗੁਰੂ ਪਿਤਾ ਜੀ ਗਿਆਨ ਕਰਵਾ ਰਹੇ ਨੇ। ਗੁਰੂ ਪਾਤਸ਼ਾਹ ਬਚਨ ਕਰਦੇ ਨੇ, ਭਲਿਆ ਨਾਨਕ ਮਾਇਆ ਮੋਹ ਪੁਸਾਰਾ, ਆਗੇ ਸਾਥ ਨ ਜਾਈ। ਇਹ ਜੋ ਮਾਇਆ ਦਾ ਮੋਹ ਦਾ ਪਸਾਰਾ ਸੰਸਾਰ ਵਿੱਚ ਜੀਵ ਆਪਣਾ ਤਾਣਾ ਤਣਦਾ ਹੈ ਨਾ, ਮੈਂ ਕਰਦੇ ਆ, ਮੇਰਾ ਮੇਰਾ ਕਹਿ ਕੇ ਵਿੱਚ ਫਸਦਾ ਹੈ, ਤੇ ਸੱਚੇ ਪਾਤਸ਼ਾਹ ਕਹਿੰਦੇ ਇਹਨਾਂ 'ਚ ਕੋਈ ਵੀ ਤੇਰਾ ਸਾਥੀ ਨਹੀਂ ਹੈ ਜਿਹਨੇ ਤੇਰਾ ਸਾਥ ਦੇਣਾ ਹੈ। ਅੱਗੇ ਤੋਂ ਭਾਵ ਜਿਸ ਤੂੰ ਗਿਆਨ ਦੇ ਰਸਤੇ 'ਤੇ ਤੁਰਨਾ ਹੈ, ਜਿਸ ਮਾਰਗ 'ਤੇ ਤੈਨੂੰ ਚੱਲਣਾ ਪੈਣਾ ਹੈ, ਉਸ ਰਾਹ 'ਤੇ ਇਹਨਾਂ 'ਚ ਤੇਰਾ ਕੋਈ ਸਾਥੀ ਨਹੀਂ ਹੈ। ਇਹ ਤਾਂ ਸੰਸਾਰ ਦੇ ਨੇ ਬਸ। ਇਹ ਤੇ ਬਾਣੀ ਦੇ ਬਚਨ ਨੇ, ਜਿਚਰ ਪਹਿਨਣ ਖਾਵਣੇ, ਜਿਚਰ ਪਹਿਨਣ ਖਾਵਣੇ, ਤਿਚਰ ਰੱਖਣ ਗੰਢ। ਇਹਨਾਂ ਨੂੰ ਖਾਣ ਲਈ ਦੇਈ ਜਾਓ, ਪਾਉਣ ਲਈ ਦੇਈ ਜਾਓ, ਬਹੁਤ ਪਿਆਰ ਸੰਬੰਧ ਬਣਾ ਕੇ ਰੱਖਣਗੇ। ਮਾੜਾ ਜਿਹਾ ਮਾਂ ਹੀ ਬੱਚੇ ਨੂੰ ਕੋਈ ਦੇਣਾ ਬੰਦ ਕਰ ਦੇਵੇ, ਨਹੀਂ ਪੁੱਤ ਮੈਂ ਨਹੀਂ ਦੇਣਾ, ਤੇ ਉਸ ਵੇਲੇ ਬੱਚਾ ਰੁੱਸ ਜਾਂਦਾ, ਤੂੰ ਤੇ ਮੇਰੀ ਮਾਂ ਹੀ ਨਹੀਂ ਹੈ। ਤੇ ਜੇ ਪੁੱਤ ਕਮਾ ਕਮਾ ਕੇ ਮਾਂ ਨੂੰ ਦੇਈ ਜਾਵੇ ਤੇ ਪੁੱਤ ਬੜਾ ਚੰਗਾ ਹੈ, ਤੇ ਜੇ ਕਿਤੇ ਪੁੱਤ ਕਵੇ ਮਾਂ ਨਹੀਂ ਅੱਜ ਨਹੀਂ, ਫਿਰ ਉਧਰ ਮਾਂ ਰੁੱਸ ਕੇ ਦੂਜੇ ਪਾਸੇ ਮੂੰਹ ਕਰ ਲੈਂਦੀ। ਇਸ ਸੰਸਾਰ ਦੇ ਸੰਬੰਧ ਤੇ ਸਾਡੇ ਸਵਾਰਥੀ ਨੇ। ਹੁਣ ਗੁਰੂ ਪਿਤਾ ਜੀ ਗਿਆਨ ਦਿੰਦੇ ਨੇ, ਹਾਂ ਪੁੱਛੋ ਆਪਣਾ ਸਤਿਗੁਰ ਦਾਤਾ, ਕਿਨ ਬਿਦ ਦੁੱਤਰ ਤਰੀਏ ਰਾਮ। ਸੱਚੇ ਪਾਤਸ਼ਾਹ ਕਹਿੰਦੇ ਮੈਂ ਆਪਣੇ ਸਤਿਗੁਰ ਦਾਤੇ ਨੂੰ ਜਾ ਕੇ ਨਾ ਮੈਂ ਪੁੱਛਦਾ ਹਾਂ, ਗੁਰੂ ਜੀ ਜਿਹੜਾ ਸੰਸਾਰ ਤੁਸੀਂ ਕਹਿੰਦੇ ਜੇ ਨਾ ਤਰਿਆ ਜਾਣ ਵਾਲਾ ਸਾਗਰ ਹੈ, ਇਹਦੀ ਕੋਈ ਤਰਨ ਦੀ ਕੋਈ ਜੁਗਤੀ ਵੀ ਹੈ? ਇਹ ਅਸੀਂ ਸਵਾਲ ਸਿੱਖਣੇ ਨੇ। ਸਵਾਲ ਦਾ ਜਨਮ ਹੋ ਜਾਣਾ ਬੜਾ ਮੁਬਾਰਕ ਹੈ, ਪਰ ਸਵਾਲ ਦਾ ਉੱਤਰ ਲੈ ਲੈਣਾ ਇਹ ਹੋਰ ਜ਼ਿਆਦਾ ਮੁਬਾਰਕ ਹੈ। ਸਵਾਲ ਰਹਿੰਦੇ, ਜੇਕਰ ਉਹਦਾ ਜਵਾਬ ਨਾ ਮਿਲੇ, ਸਾਨੂੰ ਉਹਦਾ ਉੱਤਰ ਨਾ ਲੱਭ ਸਕੀਏ, ਤਾਂ ਫਿਰ ਸਵਾਲ ਫਿਰ ਚੁੱਭਦਾ ਰਹਿੰਦਾ ਕਿ ਪ੍ਰਸ਼ਨ ਦਾ ਉੱਤਰ ਕੀ ਹੈ। ਤੇ ਸੱਚੇ ਪਾਤਸ਼ਾਹ ਬਚਨ ਕਰਨ ਕਹਿੰਦੇ, ਹਾਂ ਪੁੱਛੋ, ਮੈਂ ਪੁੱਛਦਾ ਹਾਂ ਆਪਣਾ ਸਤਿਗੁਰ ਦਾਤਾ, ਆਪਣੇ ਸੱਚੇ ਸਤਿਗੁਰ ਦਾਤੇ ਨੂੰ ਪੁੱਛਦਾ ਹਾਂ, ਕਿਨ ਬਿਦ ਕਿਹੜੀ ਜੁਗਤੀ ਨਾਲ, ਦੁੱਤਰ ਤਰੀਏ ਰਾਮ, ਇਹ ਸੰਸਾਰ ਦਾ ਸਾਗਰ ਕਿਵੇਂ ਤਰਿਆ ਜਾ ਸਕਦਾ ਹੈ। ਤੇ ਸੱਚੇ ਪਾਤਸ਼ਾਹ ਕੀ ਕਹਿੰਦੇ ਨੇ? ਗੁਰੂ ਪਿਤਾ ਕਹਿੰਦੇ, ਸਤਿਗੁਰ ਭਾਈ ਚਲੋ ਜੀਵਤਿਆਂ ਇਵ ਮਰੀਏ ਰਾਮ। ਸੱਚੇ ਪਾਤਸ਼ਾਹ ਕਹਿੰਦੇ, ਭਾਈ ਤੂੰ ਰੱਬੀ ਪਿਆਰ ਦੇ ਰਸਤੇ 'ਤੇ ਤੁਰ।
ਰੱਬੀ ਪਿਆਰ ਦੇ ਰਸਤੇ ਤੇ ਚੱਲ, ਜਿਹਨੂੰ ਗੁਰੂ ਨਾਨਕ ਜੀ ਕਹਿੰਦੇ ਜੋ ਤੋ ਪ੍ਰੇਮ ਖੇਲਣ ਕਾ ਚਾਓ। ਮਾਲਕ ਇਹ ਨਹੀਂ ਕਹਿੰਦੇ ਕਿ ਤੂੰ ਆ ਕੰਮ ਕਰ, ਜੇ ਤੇਰੇ 'ਚ ਚਾਹ ਤੇ ਰੀਝ ਹੈਗੀ ਤੇ ਆ ਜਾ, ਨਹੀਂ ਰੀਝ ਭਾਈ ਮੈਨੂੰ ਕੋਈ ਇਤਰਾਜ਼ ਨਹੀਂ, ਤੂੰ ਨਹੀਂ ਆਏਗਾ ਮੈਨੂੰ ਕੋਈ ਇਤਰਾਜ਼ ਨਹੀਂ। ਇਹ ਤੇ ਸ਼ੌਂਕ ਦਾ ਮਾਰਗ ਹੈ। ਗੁਰਪਿਤਾ ਕਹਿੰਦੇ ਸਤਿਗੁਰ ਭਾਏ ਚਲੋ, ਜੀਵਤਿਆਂ ਇਵ ਮਰੀਏ ਰਾਮ। ਇਹ ਤੇ ਜਿਉਂਦੇ ਮਰਨ ਵਾਲੀ ਗੱਲ ਹੈ, ਆਪਣੇ ਆਪੇ ਵਾਲੇ ਪਾਸੇ ਮਰ ਜਾਣਾ, ਆਪਣੀ ਮੈਂ ਵਾਲੇ ਪਾਸੇ ਤੋਂ ਮਰ ਜਾਣਾ। ਸੰਸਾਰ ਉਹਨਾਂ ਨੇ ਤਰਿਆ ਜਿਨ੍ਹਾਂ ਦੇ ਵਿੱਚੋਂ ਮੈਂ ਖਤਮ ਹੋ ਗਈ, ਜਿਨ੍ਹਾਂ ਨੇ ਆਪਣੇ ਆਪੇ ਤੋਂ ਅਹੰਗ ਵਾਲੇ ਪਾਸੇ ਤੋਂ ਮਾਰ ਲਿਆ, ਆਪਣੇ ਨਿੱਜ ਵਾਲੇ ਪਾਸੇ ਤੋਂ ਮਾਰ ਲਿਆ, ਜਿੱਥੇ ਕਬੀਰ ਜੀ ਖੜੇ ਹੋ ਜਾਂਦੇ ਨੇ ਜਾ ਕੇ। ਨਾ ਹਮ ਕੀਆ ਨਾ ਕरेंगे, ਨਾ ਹਮ ਕੀਆ ਨਾ ਕरेंगे, ਨਾ ਕਰ ਸਕੇ ਸਰੀਰ, ਮਰ ਲਿਆ ਆਪਣੇ ਵਾਲੇ ਪਾਸੇ। ਇੱਥੇ ਤਾਂ ਬੰਦਾ ਦਾਅਵੇ ਮੈਂ ਆਹ ਕੀਤਾ, ਮੈਂ ਆਹ ਕੀਤਾ, ਮੈਂ ਆਹ ਕਰ ਰਿਹਾ, ਮੈਂ ਆਹ ਕਰ ਰਿਹਾ। ਅਸੀਂ ਤਾਂ ਸਾਰੇ ਅਕਲਾਂ ਦੇ ਦਾਅਵੇ ਚੁੱਕੀ ਫਿਰਦੇ। ਸਤਿਗੁਰ ਭਾਏ ਚਲੋ, ਜੀਵਤਿਆਂ ਇਵ ਮਰੀਏ ਰਾਮ। ਜੀਵਤਿਆਂ ਮਰੀਏ ਭੌਜਲ ਤਰੀਏ, ਗੁਰਮੁਖ ਨਾਮ ਸਮਾਵੈ। ਸੱਚੇ ਪਾਤਸ਼ਾਹ ਕਹਿੰਦੇ ਭਲਿਓ ਇੱਕੋ ਇਹੀ ਢੰਗ ਹੈ, ਜੀਵਤਿਆਂ ਇਹ ਮਰੀਏ ਭਵਜਲ ਤਰੀਏ, ਫਿਰ ਤਰਿਆ ਜਾਂਦਾ, ਫਿਰ ਸੰਸਾਰ ਕੁਝ ਨਹੀਂ ਕਹਿੰਦਾ। ਜਿਵੇਂ ਚਿੱਕੜ ਜਿਹੜਾ ਹੈ ਨਾ, ਉਹ ਕਵਲ ਫੁੱਲ ਨੂੰ ਕੁਝ ਨਹੀਂ ਕਹਿੰਦਾ। ਜਿਹੜਾ ਚਿੱਕੜ ਹੈ ਕਵਲ ਫੁੱਲ ਨੂੰ ਕੁਝ ਨਹੀਂ ਕਹਿੰਦਾ, ਪਰ ਮੈਨੂੰ ਕਹਿੰਦਾ। ਮੇਰੇ ਕੱਪੜੇ ਲਿਬਣ ਦਾ ਡਰ ਹੈ, ਕਵਲ ਫੁੱਲ ਰਹਿੰਦੇ ਚਿੱਕੜ ਵਿੱਚ ਹੈ। ਪਰ ਕਮਾਲ ਦੀ ਗੱਲ ਹੈ ਕਿ ਚਿੱਕੜ ਵਿੱਚ ਰਹਿ ਕੇ ਚਿੱਕੜ ਤੋਂ ਨਿਰਲੇਪ ਹੈ। ਇਸ ਤਰ੍ਹਾਂ ਅਸੀਂ ਸੰਸਾਰ ਚਿੱਕੜੀ ਹੈ, ਰਹਿਣਾ ਇਹਦੇ ਵਿੱਚ ਹੀ ਹੈ, ਪਰ ਰਹਿਣਾ ਕਿਵੇਂ? ਆਪਾਂ ਨਿਰਲੇਪ ਰਹਿਣਾ। ਉਹ ਕਿਵੇਂ? ਆਪਣੇ ਵਾਲੇ ਪਾਸੇ ਤੋਂ ਮਰ ਕੇ, ਮੈਂ ਵਾਲੇ ਪਾਸੇ ਤੋਂ ਮਰ ਕੇ, ਦਾਵੇਗਿਰੀ ਛੱਡ ਕੇ। ਜਿੰਨੇ ਵੀ ਆਪਾਂ ਨੂੰ ਗਿਆਨੀ ਪੁਰਖਾਂ ਦਾ ਜੀਵਨ ਮਿਲੇਗਾ ਨਾ, ਉਹਨਾਂ ਵਿੱਚ ਮੈਂ ਨਹੀਂ ਹੁੰਦੀ। ਤੇ ਜਿੰਨੇ ਅਸੀਂ ਦੁਨੀਆਦਾਰ ਹਾਂ, ਸਾਡੇ ਕੋਲ ਮੈਂ ਹੀ ਮੈਂ। ਮੇਰੇ ਕੀ ਨਿਕਲਦਾ ਅੰਦਰੋਂ? ਹਮ ਕੀਆ ਹਮ ਕरेंगे, ਹਮ ਮੂਰਖ ਗਵਾਰ। ਬੰਦਾ ਦਾਅਵੇਗਿਰੀ ਕਰਦੇ, ਮੈਂ ਕੀਤਾ, ਮੈਂ ਆ ਕਰਨਾ। ਗਿਆਨੀ ਪੁਰਖ ਨਹੀਂ ਕਹਿੰਦਾ, ਉਹ ਕਹਿੰਦਾ ਨਾਮ ਕੀਆ ਨਾ ਕरेंगे, ਨਾ ਕਰ ਸਕੇ ਸਰੀਰ। ਸੱਚੇ ਪਾਤਸ਼ਾਹ ਕਹਿੰਦੇ ਨੇ ਪੂਰਾ ਪੁਰਖ ਪਾਇਆ ਵਡ ਭਾਗੀ, ਸੱਚ ਨਾਮ ਲਿਵ ਲਾਵੈ। ਉਹ ਫਿਰ ਗੁਰੂ ਜੀ ਦੇ ਗਿਆਨ ਰੂਪੀ ਬਚਨਾਂ ਨਾਲ ਜੁੜ ਕੇ ਉਹ ਪੂਰੇ ਪੁਰਖ ਨੂੰ, ਪਰਮਾਤਮਾ ਨੂੰ, ਪੂਰਾ ਪੁਰਖ ਕੌਣ ਹੈ? ਵਾਹਿਗੁਰੂ ਜੀ ਪਾਇਆ, ਪਾ ਲਿਆ। ਵਡ ਭਾਗੀ, ਵੱਡਿਆਂ ਭਾਗਾਂ ਵਾਲਿਆਂ ਨੇ। ਤੇ ਪਾਇਆ ਕਿਵੇਂ? ਸੱਚ ਨਾਮ ਲਿਵ ਲਾਵੇ। ਸੱਚੇ ਨਾਮ ਦੇ ਵਿੱਚ, ਵਾਹਿਗੁਰੂ ਦੇ ਨਾਮ ਦੇ ਵਿੱਚ ਹੈ ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਨਾ। ਸਮਝ ਲੱਗ ਗਈ ਸਾਚੀ ਲਿਵੇ ਬਿਨ ਦੇ ਨਮਾਣੀ, ਦੇ ਨਮਾਣੀ ਲਿਵੇ ਬਾਜੋਂ, ਕਿਆ ਕਰੇ ਵਿਚਾਰੀਆ। ਸੱਚੇ ਪਾਤਸ਼ਾਹ ਕਹਿੰਦੇ ਫਿਰ ਕੀ ਹੋਇਆ? ਮਤ ਪ੍ਰਗਾਸ ਪਈ ਮਨ ਮਾਨਿਆ। ਫਿਰ ਮਤ ਵਿੱਚ ਮੈਂ ਪਾਸੇ ਹੋ ਗਈ, ਉੱਥੇ ਚਾਨਣ ਹੋ ਗਿਆ। ਕਿਹੜਾ ਚਾਨਣ ਹੋਇਆ? ਜਿਹੜਾ ਭਗਤ ਸਦਨਾ ਜੀ ਦੇ ਅੰਦਰ ਹੋਇਆ। ਮੈਂ ਨਹੀਂ ਕਛ ਹੋ ਨਹੀਂ, ਕਛ ਆਹੇ ਨ ਮੋਰਾ, ਔਸਰ ਲੱਜਾ ਰਾਖ ਸਦਨਾ ਜਨ ਤੋਰਾ। ਚਾਨਣ ਹੋ ਗਿਆ, ਮਨ ਟਿਕ ਗਿਆ। ਮੈਂ ਤੋਂ ਥੱਲੇ ਉਤਰ ਆਇਆ, ਮਨ ਟਿਕ ਗਿਆ, ਮਨ ਮੰਨਿਆ। ਤੇ ਮੰਨਿਆ ਕਿਵੇਂ? ਰਾਮ ਨਾਮ ਵਡਿਆਈ, ਪਰਮੇਸ਼ਰੀ ਨਾਮ ਦੀ ਵਡਿਆਈ ਨਾਲ ਜੁੜਨ ਕਰਕੇ ਫਿਰ ਹੋਇਆ ਕਿ ਪ੍ਰਕਾਸ਼ ਵੀ ਹੋ ਗਿਆ, ਮਨ ਵਿੱਚ ਟਿਕਾਓ ਵੀ ਆ ਗਿਆ, ਟਿਕ ਗਿਆ, ਮੰਨ ਗਿਆ। ਮੰਨਿਆ ਹੋਇਆ ਮਨ ਟਿਕਦਾ ਹੈ। ਸੱਚੇ ਪਾਤਸ਼ਾਹ ਬਚਨ ਕਰ ਰਹੇ ਨੇ, ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ, ਜੋਤੀ ਜੋਤ ਮਿਲਾਈ। ਧੰਨ ਗੁਰੂ। ਇਹ ਭਾਈ
ਜਿਨ੍ਹਾਂ ਨੂੰ ਸ਼ਬਦ ਦੁਆਰਾ ਮਿਲਾਪ ਦੀ ਸੁਭਾਗ ਘੜੀ ਪ੍ਰਾਪਤ ਹੋਈ, ਉਹਨਾਂ ਨੇ ਹੀ ਰੱਬ ਦੇ ਨਾਲ ਜੋ ਸੰਬੰਧ ਦੀ ਸਥਾਪਨਾ ਹੈ ਉਹਨੂੰ ਮਾਣਿਆ, ਪਾਇਆ, ਹੰਡਾਇਆ। ਅਵਸਥਾ ਕੀ ਬਣ ਗਈ? ਜੋਤੀ ਜੋਤ ਮਿਲਾਈ। ਉੱਥੇ ਜੋਤੀ ਜੀਵਨ ਸਮਝ ਲੱਗ ਗਈ ਕਿ ਜਿਹੜੀ ਮੇਰੀ ਜੋਤ ਹੈ ਇਹ ਪਰਮ ਜੋਤ ਦਾ ਹਿੱਸਾ ਹੈ। ਗੁਰ ਕਿਰਪਾ ਜਿਹ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ। ਨਾਨਕ ਲੀਨ ਭਇਆ ਗੋਬਿੰਦ ਸਿਉ, ਜੋ ਪਾਣੀ ਸੰਗ ਪਾਣੀ। ਇਹ ਮੱਤ ਮਿਲ ਗਈ, ਸੋਝੀ ਮਿਲ ਗਈ। ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ, ਜੋਤੀ ਜੋਤ ਮਿਲਾਈ। ਜੋਤ ਜਿਹੜੀ ਸੀ ਨਾ, ਉਹਦਾ ਸੰਬੰਧ ਪਰਮ ਜੋਤ ਨਾਲ ਬਣ ਗਿਆ। ਪਰਮ ਜੋਤ ਜਿੱਥੋਂ ਸੰਸਾਰ ਦੀ ਉਤਪਤੀ ਹੈ, ਪਰਮ ਜੋਤ ਜੋ ਸੰਸਾਰ ਨੂੰ ਆਪਣੇ ਹੁਕਮ ਵਿੱਚ ਰੱਖ ਕੇ ਚਲਾ ਰਿਹਾ ਪਰਮਾਤਮਾ ਵਾਹਿਗੁਰੂ ਹੈ, ਉਹਦੇ ਨਾਲ ਸੰਗ ਬਣ ਗਿਆ, ਜੋੜ ਬਣ ਗਿਆ, ਜੋਤ ਦਾ ਮਿਲਾਪ ਹੋ ਗਿਆ। ਇਹ ਸਾਰੀਆਂ ਬਾਤਾਂ ਅਨੁਭਵੀ ਨੇ। ਸਾਡੇ ਵਰਗੇ ਤੇ ਬੁੱਧੀ ਦੇ ਤਲ ਤੇ ਕੱਥ ਸਕਦੇ ਹਾਂ, ਮੰਨ ਨਹੀਂ ਸਕਦੇ। ਮੰਨਣ ਵਾਲੇ ਜਿਹੜੇ ਨੇ ਉਹਨਾਂ ਦੀ ਅਵਸਥਾ ਬਹੁਤ ਹੋਰਵੀਂ ਹੁੰਦੀ ਹੈ। ਵਾਹਿਗੁਰੂ ਜੀ ਬਖਸ਼ਿਸ਼ ਕਰਨ। ਆਪਾਂ ਨੂੰ ਇਹ ਘੜੀਆਂ ਮਿਲਦੀਆਂ ਨੇ, ਆਪਾਂ ਮੰਨਣੀਆਂ ਨੇ, ਯਤਨ ਕਰਨਾ ਹੈ, ਤਰੱਦਦ ਕਰਨਾ ਹੈ। ਪਹੁੰਚਣਾ ਨਹੀਂ ਪਹੁੰਚਣਾ ਬਾਅਦ ਦੀ ਗੱਲ ਹੈ। ਘੱਟੋ ਘੱਟ ਸਾਨੂੰ ਉਸ ਰਾਹ 'ਤੇ ਤੁਰਨਾ ਤੇ ਨਸੀਬ ਹੋ ਜਾਏ ਜਿਸ ਰਾਹ 'ਤੇ ਚਲਦਿਆਂ ਚਲਦਿਆਂ ਭਾਈ ਬਚਿੱਤਰ ਸਿੰਘ ਬਣਿਆ ਜਾ ਸਕਦਾ ਹੈ। ਬਚਿੱਤਰ ਸਿੰਘ ਬਣਾਂਗਾ ਕਿ ਨਹੀਂ ਬਣਾਂਗਾ, ਇਹ ਗੱਲ ਬੜੀ ਅੱਗੇ ਦੀ ਪਈ ਹੋਈ ਹੈ। ਹਾਂ, ਜੇ ਉਹ ਬਚਿੱਤਰ ਸਿੰਘ ਵਾਂਗ ਤੁਰਿਆ ਜਾ ਸਕਿਆ ਤੇ ਜ਼ਰੂਰ ਗੁਰੂ ਬਚਿੱਤਰ ਸਿੰਘ ਹੀ ਪੈਦਾ ਕਰਦੇ। ਗੁਰੂ ਪਿਤਾ ਦੁਨੀ ਚੰਦ ਨਹੀਂ ਪੈਦਾ ਕਰਦੇ। ਤੇ ਜਦੋਂ ਬਚਿੱਤਰ ਸਿੰਘ ਬਣਦਾ ਫਿਰ ਨਿਰਵੈਰ ਨਿਰਭਉ ਅਵਸਥਾ ਜਨਮ ਲੈਂਦੀ ਹੈ। ਜਿੱਥੇ ਅੱਜ ਕਿਸਾਨ ਬੈਠੇ, ਉਹ ਨਿਰਵੈਰ ਹੋ ਕੇ ਬੈਠੇ ਆ ਨਾ, ਉਹ ਇਹ ਸ਼ਬਦ ਗੁਰੂ ਦੀ ਧਰਤੀ ਤੋਂ ਮਿਲੀ ਪ੍ਰੇਰਨਾ ਦੀ ਬਾਤ ਹੈ, ਗਿਆਨ ਦੀ ਮਿਲੀ ਪ੍ਰੇਰਨਾ ਦੀ ਬਾਤ ਹੈ। ਉਹਦੀ ਇੱਕੋ ਗੱਲ ਉਹ ਕਹਿ ਰਹੇ ਨੇ, ਜਿੱਤਾਂਗੇ ਜਾਂ ਮਰਾਂਗੇ। ਹੁਣ ਕਮਾਲ ਦੀ ਗੱਲ ਹੈ, ਗੱਲ ਕਹਿਣਾ ਬੜਾ ਔਖਾ ਹੈ। ਇਹ ਆਤਮ ਵਿਸ਼ਵਾਸ ਪੈਦਾ ਹੋ ਗਿਆ। ਘੁਲਦਿਆਂ ਸੁਆਓ ਆਪਾਂ ਗੁਰੂ ਨਦਰ ਦੇ ਪਾਤਰ ਬਣੀਏ। ਸਤਿਗੁਰ ਦਾ ਧੰਨਵਾਦ ਜਿਨ੍ਹਾਂ ਦੀ ਗੋਦ ਨਸੀਬ ਹੋ ਗਈ। ਆਪ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਗੁਰੂ ਦੀ ਗੋਦ ਵਿੱਚ ਬਹਿ ਕੇ ਗੁਰੂ ਦੀਆਂ ਬਾਤਾਂ ਸੁਣਨ ਦਾ ਯਤਨ ਕੀਤਾ। ਅਜੀਜ਼ ਬੱਚੇ ਦਾ ਧੰਨਵਾਦ। ਦਾਸ ਤੇ ਨਮਸਕਾਰ ਕਰਨ ਵਾਸਤੇ ਸੱਚੇ ਸਾਹਿਬ ਦੇ ਦਰ 'ਤੇ ਆਇਆ ਅਤੇ ਬੜੇ ਅਦਬ ਨਾਲ ਇਹਨਾਂ ਨੇ ਆਦੇਸ਼ ਕੀਤਾ, ਆਇਓ ਅਤੇ ਸੰਗਤ ਦੇ ਦਰਸ਼ਨ ਕਰ ਲਓ, ਸ਼ਬਦ ਦੀ ਵਿਚਾਰ ਕਰ ਲਓ। ਗੁਰੂ ਨੇ ਕਿਰਪਾ ਕੀਤੀ। ਇਹ ਪਲ, ਇਹ ਘੜੀਆਂ ਨਸੀਬ ਹੋਈਆਂ। ਅਸੀਂ ਭਾਗਾਂ ਵਾਲੇ ਇੱਕ ਛੋਟਾ ਜਿਹਾ ਕਾਫਲਾ ਲੈ ਕੇ ਚੱਲ ਰਹੇ ਹਾਂ, ਪੰਜਾਬ ਬਚਾਓ ਕਾਫਲਾ। ਇਹ ਕਿਸਾਨ ਸੰਘਰਸ਼ ਦੇ ਸਮਰਥਨ ਦੇ ਵਿੱਚ ਹੈ। ਇਹਨਾਂ ਮੁੱਦਿਆਂ ਨੂੰ ਰੱਦ ਕਰਾਉਣ ਦੀ ਹਮਾਇਤ ਦੇ ਵਿੱਚ ਇੱਕ ਛੇਤੀ ਮੁੱਦੇ ਕਾਨੂੰਨ ਰੱਦ ਹੋ ਜਾਣ, ਨਾਲ ਪੰਜਾਬ ਦੀਆਂ ਸਮੱਸਿਆਵਾਂ ਜਿਹੜੀਆਂ ਹੋਰ ਨੇ ਉਹਨਾਂ ਦੀ ਚਰਚਾ ਕਰਦਾ 1 ਨਵੰਬਰ ਨੂੰ ਸ਼ੁਰੂ ਹੋਇਆ ਹੈ। ਇਹਨੇ 31 ਜਨਵਰੀ ਨੂੰ ਜਾ ਕੇ ਸੰਪੂਰਨ ਹੋਣਾ ਹੈ। ਹਰ ਜ਼ਿਲ੍ਹੇ ਵਿੱਚ 4 ਦਿਨ ਦਾ ਮੌਕਾ ਸਾਨੂੰ ਮਿਲਦਾ ਹੈ, ਪਿੰਡਾਂ 'ਚ ਜਾਣ ਦਾ, ਕਸਬਿਆਂ 'ਚ ਜਾਣ ਦਾ, ਸ਼ਹਿਰਾਂ 'ਚ ਜਾਣ ਦਾ। ਅਤੇ ਰਾਤੀ ਠਹਿਰਨ ਦਾ ਮਨ ਤੇ ਨਵਾਂ ਸ਼ਹਿਰ ਸੀ, ਪਰ ਉੱਥੇ ਬਿੱਧ ਨਾ ਬਣੀ। ਇੱਥੋਂ ਦੇ ਮੈਨੇਜਰ ਸਾਹਿਬ ਜੀ ਨਾਲ ਗੱਲ ਹੋ ਗਈ ਅਤੇ ਉਹਨਾਂ ਨੇ ਜੀ ਆਇਆਂ ਕਿ ਅਸੀਂ ਇੱਥੇ ਆ ਕੇ ਟਿਕ ਗਏ। ਅਤੇ ਇਸ ਤਰ੍ਹਾਂ ਜਾਪਦਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਆਵਾਜ਼ ਹੀ ਮਾਰ ਰਹੇ ਸਨ ਕਿ ਪੁੱਤਰ ਇੱਥੇ ਆਓਗੇ, ਸੰਗਤ ਦੇ ਦਰਸ਼ਨ ਕਰਨੇ ਨੇ। ਇਹ ਉਹ ਗੁਰੂ ਜਾਣਦਾ, ਸਾਨੂੰ ਤਾਂ ਕੋਈ ਸਮਝ ਨਹੀਂ ਲੱਗਦੀ। ਇਸ ਕਰਕੇ ਉਹਨਾਂ ਨੇ ਆਪ ਪ੍ਰੇਰਨਾ ਬਖਸ਼ਿਸ਼ ਕੀਤੀ। ਅੱਜ ਫਿਰ ਅਸੀਂ ਨਵੇਂ ਸ਼ਹਿਰ ਦੇ ਆਸੇ ਪਾਸੇ ਹਾਂ। ਕੱਲ੍ਹ ਨੂੰ ਅਸੀਂ ਬੰਗੇ ਦੇ ਨੇੜੇ ਤੇੜੇ ਰਹਿਣਾ ਹੈ ਅਤੇ ਰਾਤ ਨੂੰ ਜੇ ਨਸੀਬ ਹੋਇਆ ਇੱਥੇ ਆਉਣਾ, ਫਿਰ ਇੱਥੇ ਆ ਜਾਵਾਂਗੇ। ਅਤੇ ਆਪਾਂ ਤੁਹਾਨੂੰ ਇੱਥੇ ਬੱਚੀ ਇੱਕ ਛੋਟਾ ਜਿਹਾ ਕਿਤਾਬਚਾ ਦੇਵੇਗੀ, ਜਿੰਨੀ ਸੰਗਤ ਬੈਠੀ ਧਿਆਨ ਨਾਲ ਪੜ੍ਹਨਾ, ਪੜ੍ਹ ਕੇ ਉੱਥੇ ਟਿੱਪਣੀ ਜ਼ਰੂਰ ਕਰਿਓ। ਤੁਹਾਨੂੰ ਕੋਈ ਗਲਤ ਜਾਪੇ ਤਾਂ ਵੀ ਦੱਸ ਦਿਓ, ਕਮੀ ਜਾਪੇ ਤਾਂ ਵੀ ਦੱਸ ਦਿਓ ਅਤੇ ਕਾਫਲੇ ਨਾਲ ਜੁੜੋ। ਇਹਦੀ ਸਮਾਪਤੀ 31 ਜਨਵਰੀ ਨੂੰ ਹੋਣੀ ਹੈ ਲੁਧਿਆਣੇ ਸ਼ਹਿਰ ਦੇ ਅੰਦਰ।
ਜੇ ਤੁਸੀਂ ਇੱਕ ਦੋ ਸੰਪਰਕ ਨੰਬਰ ਇਸ ਬੱਚੀ ਨੂੰ ਦੇ ਦਿਓ, ਤੁਹਾਡੇ ਨੰਬਰ 'ਤੇ ਅਸੀਂ ਪਾ ਦਿਆਂਗੇ, ਜਾਣਕਾਰੀ ਪਾ ਦਿਆਂਗੇ। ਅਤੇ ਉੱਥੇ ਜ਼ਰੂਰ ਪਹੁੰਚਿਓ 31 ਜਨਵਰੀ ਨੂੰ ਸਵੇਰੇ 10 ਵਜੇ। ਲੁਧਿਆਣਾ ਤੁਹਾਡੇ ਨੇੜੇ ਹੀ, ਬਹੁਤਾ ਦੂਰ ਨਹੀਂ ਹੈਗਾ। ਇਹ ਪਹਿਲਾ ਪੜਾਅ ਇਹਦਾ ਸਮਾਪਤ ਹੋਏਗਾ। ਸੋ ਬਹੁਤ ਬਹੁਤ ਧੰਨਵਾਦ। ਇਸ ਤੋਂ ਅੱਗੇ ਨਾ ਜਾਈਏ, 5 ਮਿੰਟ ਫਾਲਤੂ ਹੋ ਗਏ ਨੇ। ਫਤਿਹ ਬੁਲਾਓ ਸਾਰੀ ਸੰਗਤ, ਭੁੱਲਾਂ ਮਾफ़ ਕਰ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰੂ ਤਾਂ ਪਾਇਆ ਸਹਿ ਸੇਤੀ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤੰਗਾਵੋ। ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ, ਹਰ ਨਾਲ ਰਹੋ ਤੂੰ। ਅੰਗੀਕਾਰਿਓ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ। ਕਹੇ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ। ਕਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹੇ ਨਾਨਕ ਸੱਚੇ ਸਾਈ, ਕਿਆ ਨਹੀਂ ਕਰਤੇ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਨ ਸੁਖ ਮਨ ਆਏ ਵਸਿਆ। ਜਿਨ ਸ਼ਾਨ ਸਭ ਪੁਜਾਈ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਹਦੀਆਂ ਇਹ ਵਡਿਆਈਆਂ। ਕਹੇ ਨਾਨਕ ਸੁਣੋ ਸੰਤੋ, ਸ਼ਬਦ ਤਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਜ ਸ਼ਬਦ ਤੁਤ ਕਰ ਸੁਭਾਗ। ਕਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ। ਪੰਚ ਦੋ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰ ਕੇ ਲਾਗੇ। ਕਹੇ ਨਾਨਕ ਤਾਂ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਬੜ ਭਾਗਿਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਪੈ ਸਰਸੇ, ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਿਆ ਪਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਿਆ ਪਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੇਰੀ ਰਾਹ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ। ਕੋਇ ਨ ਜਾਣੈ ਤੁਮਰਾ ਅੰਤ, ਊਚੇ ਤੇ ਊਚਾ ਭਗਵੰਤ। ਸਗਲ ਸਮਗਰੀ ਤੁਮਰੇ ਤਰਤਾਰੀ, ਤੁਮ ਤੇ ਹੋਏ ਸੋ ਤੁਮਰੀ ਗਤ ਮ੍ਰਿਤ ਤੁਮ ਹੀ ਜਾਣੀ। ਨਾਨਕ ਦਾਸ ਸਦਾ ਕੁਰਬਾਨੀ। ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਅਰਦਾਸ ਏਕ ਓੰਕਾਰ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ, ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਇ। ਅਰਜਨ ਹਰ ਗੋਬਿੰਦ ਨੋ ਸਿਮਰੋ, ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੈ, ਘਰ ਨੌ ਨਿਧ ਆਵੇ ਧਾਏ। ਸਭ ਥਾਈ ਹੋਏ ਸਹਾਇ,
ਦਸਵਾਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਈ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਲ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚੀਰੇ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾਵੇ ਚੇਤਾਵਨ ਕਰ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਖਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਗੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਦਾਤ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਦੇ ਤਾਣਿਆਂ ਦੇ ਤਾਣ ਦੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਸਥਾਨਾਂ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਸਜੇ ਹੋਏ ਦੀਵਾਨਾਂ ਵਿੱਚ ਅੰਮ੍ਰਿਤ ਬਾਣੀ ਦੇ ਕੀਰਤਨ ਕਥਾ ਵਿਚਾਰਾਂ ਕਰਦਿਆਂ ਹਜ਼ੂਰੀ ਅੰਦਰ ਵਿਚਰਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ਣੀ ਜੀ ਅੱਗੇ ਤੋਂ ਸ਼ੁੱਧ ਸਪਸ਼ਟ ਸੇਵਾ ਕਰਨ ਬਾਣੀ ਪੜਨ ਵਿਚਾਰਨ ਦੇ ਬਾਅਦ ਉਦਮ ਬਖਸ਼ਿਸ਼ ਕਰਨੇ ਕਿਰਪਾ ਕਰਨੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਪੰਜਾਬ ਬਚਾਓ ਕਾਫਲੇ ਦੇ ਵਿੱਚ ਜੋ ਗੁਰਮੁਖ ਸੇਵਾ ਨਿਭਾ ਰਹੇ ਹਨ ਸਮੂਹ ਗੁਰਮੁਖਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਸੇਵਕਾਂ ਨੂੰ ਆਪਣੇ ਮਕਸਦ ਵਿੱਚ ਕਾਮਯਾਬੀਆਂ ਬਖਸ਼ਿਸ਼ ਕਰਨੀਆਂ ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨਾ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਆਪਣੇ ਹਜ਼ੂਰ ਪ੍ਰਵਾਨ ਕਰਨੀਆਂ ਜੀ ਪ੍ਰਵਾਨ ਹੋਏ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਜਿਨ੍ਹਾਂ ਖਜ਼ਾਨਿਆਂ ਚੋਂ ਮਾਇਆ ਰਸਤਾਂ ਬਸਦਾਂ ਆਈਆਂ ਸੋ ਖਜ਼ਾਨੇ ਭਰਪੂਰ ਕਰਨੇ ਸੇਵਕਾਂ ਦੀਆਂ ਸ਼ੁਭ ਮਨੋਕਾਮਨਾਵਾਂ ਸੰਪੂਰਨ ਕਰਨੀਆਂ ਇਲਾਹੀ ਫਰਮਾਨ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਕਬੀ ਚਲਾਇਓ ਪੰਥ ਸਭ ਸਿੱਖਾਂ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਝ ਹੈ ਉਹਦੇ ਸ਼ਬਦ ਮਾਰੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਵਾਰ ਹੋਏ ਸਭ ਮਿਲੇਗੇ ਬਜੇ ਸ਼ਰਨ ਜੋ ਹੋਏ ਬੋਲੇ ਸੋ ਨਿਹਾਲ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਿਉ ਬੁਲਾਵੇਂ ਤਿਉ ਬੋਲੇ ਸੁਆਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ।